ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਮੈਂ ਤੇ ਡਾਕਟਰ ਅਮਰ ਸਿੰਘ ਆਜ਼ਾਦ ਅੱਜ ਇੱਕ ਨਵੇਂ ਵਿਸ਼ੇ ਦੇ ਨਾਲ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਆਇਆ। ਤੇ ਅੱਜ ਦਾ ਜਿਹੜਾ ਵਿਚਾਰ ਚਰਚਾ ਦਾ ਵਿਸ਼ਾ ਹੈਗਾ ਉਹ ਹੈ ਯੂਰਿਕ ਐਸਿਡ। ਯੂਰਿਕ ਐਸਿਡ ਇੱਕ ਅਜਿਹਾ ਰੋਗ ਹੈ ਬਾਡੀ ਦੇ ਅੰਦਰ। ਆਪਾਂ ਇਸ ਨੂੰ ਰੋਗ ਮੰਨ ਲੈਂਦੇ ਹਾਂ। ਅੱਗੇ ਚੱਲ ਕੇ ਆਪਾਂ ਡਾਕਟਰ ਅਮਰ ਸਿੰਘ ਆਜ਼ਾਦ ਤੋਂ ਇਹ ਜਾਣਾਂਗੇ ਕਿ ਵਾਕਈ ਇਹ ਰੋਗ ਹੈ ਜਾਂ ਫਿਰ ਸਰੀਰ ਦਾ ਆਪਾਂ ਨੂੰ ਬਚਾਉਣ ਦਾ ਕੋਈ ਸੰਕੇਤ। ਅਜਿਹਾ ਇੱਕ ਸਰੀਰ ਦਾ ਅੰਦਰੋਂ ਜਿਹੜੀ ਆ ਅੰਦਰੋਂ ਪ੍ਰੋਬਲਮ ਹੈ ਜਿਹਦੇ ਕਰਕੇ ਅੱਗੇ ਚੱਲ ਕੇ ਵੱਡੇ ਲੈਵਲ ਦੇ ਉੱਤੇ ਜਾ ਕੇ ਸਰੀਰ ਜਿਹੜਾ ਉਹ ਖਰਾਬ ਹੋਣਾ ਸ਼ੁਰੂ ਹੋ ਜਾਂਦਾ। ਕਿਸ ਤਰੀਕੇ ਦੇ ਨਾਲ ਯੂਰਿਕ ਐਸਿਡ ਬਾਡੀ ਦੇ ਅੰਦਰ ਵੱਧਦਾ ਹੈ। ਜਦੋਂ ਬਾਡੀ ਦੇ ਅੰਦਰ ਯੂਰਿਕ ਐਸਿਡ ਵੱਧਦਾ ਹੈ ਤਾਂ ਸਰੀਰ ਕੀ ਸੰਕੇਤ ਦੇ ਰਿਹਾ ਹੈ। ਯੂਰਿਕ ਐਸਿਡ ਕਿਹਨਾਂ ਕਾਰਨਾਂ ਕਰਕੇ ਵੱਧਦਾ ਹੈਗਾ। ਯੂਰਿਕ ਐਸਿਡ ਵਧਣ ਦੇ ਨਾਲ ਕੀ ਪ੍ਰੋਬਲਮਸ ਆਉਂਦੀਆਂ ਨੇ, ਆਪਾਂ ਡਾਕਟਰ ਅਮਰ ਸਿੰਘ ਆਜ਼ਾਦ ਤੋਂ ਜਾਣਦੇ ਹਾਂ। ਡਾਕਟਰ ਸਾਹਿਬ ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਯੂਰਿਕ ਐਸਿਡ ਸਭ ਤੋਂ ਪਹਿਲਾਂ ਥੋੜ੍ਹੀ ਇਹਦੀ ਡੈਫੀਨੇਸ਼ਨ ਦੇ ਦਿਓ। ਯੂਰਿਕ ਐਸਿਡ ਇੱਕ ਉਹ ਕੰਪਾਊਂਡ ਹੈ ਜਿਹੜਾ ਉਹਦਾ ਪ੍ਰੋਟੀਨਸ ਜੋ ਟੁੱਟਦੇ ਆ ਸਰੀਰ 'ਚ, ਕਿਉਂਕਿ ਪ੍ਰੋਟੀਨਸ ਨੇ ਇਹ ਡਾਈਜੈਸਟ ਹੋਣੇ ਹੁੰਦੇ ਆ, ਟੁੱਟਣੇ ਹੁੰਦੇ ਆ ਬਾਹਰ ਨਿਕਲਣ ਵਾਸਤੇ। ਕਿਉਂਕਿ ਫਾਲਤੂ ਪ੍ਰੋਟੀਨ ਸਰੀਰ 'ਚ ਕਿਤੇ ਵੀ ਇਕੱਠੇ ਨਹੀਂ ਹੋ ਸਕਦੇ। ਕੋਈ ਸਿਸਟਮ ਨਹੀਂ ਹੈ ਸਰੀਰ ਕੋਲ ਕਿ ਫਾਲਤੂ ਦੇ ਪ੍ਰੋਟੀਨਾਂ ਨੂੰ ਸਾਂਭ ਕੇ ਰੱਖ ਲਵੇ। ਉਹ ਜੇ ਤੁਸੀਂ ਫਾਲਤੂ ਪ੍ਰੋਟੀਨ ਖਾਓਗੇ ਤਾਂ ਸਰੀਰ ਉਹਨੂੰ ਬਾਹਰ ਕੱਢੇਗਾ ਅਤੇ ਬਾਹਰ ਕੱਢੇਗਾ ਤਾਂ ਉਹਦੀ ਬਾਹਰ ਕੱਢਣ ਦੀ ਇੱਕ ਜਿਹੜੀ ਪ੍ਰਕਿਰਿਆ ਹੈ, ਇੱਕ ਤਰੀਕਾ ਹੈ, ਉਹ ਹੈ ਯੂਰਿਕ ਐਸਿਡ। ਅਤੇ ਯੂਰਿਕ ਐਸਿਡ ਜਿਹੜਾ ਹੁੰਦਾ ਇਹ ਇੱਕ ਇਹੋ ਜਿਹਾ ਕੰਪਾਊਂਡ ਹੈ, ਜੇ ਇਹ ਲੋੜ ਤੋਂ ਵੱਧ ਜਾਵੇ ਖੂਨ ਦੇ ਅੰਦਰ ਤਾਂ ਇਹਦੇ ਰਵੇ ਬਣਨੇ ਸ਼ੁਰੂ ਹੋ ਜਾਂਦੇ ਆ, ਕ੍ਰਿਸਟਲਸ ਬਣ ਜਾਂਦੇ ਆ। ਜਿਸ ਤਰ੍ਹਾਂ ਆਪਾਂ ਨੂੰ ਪਤਾ ਵੀ ਆਪਾਂ ਜੇ ਨਮਕ ਜ਼ਿਆਦਾ ਪਾਣੀ 'ਚ ਘੋਲੀ ਜਾਈਏ ਗਰਮ ਕਰਕੇ, ਤਾਂ ਜਦੋਂ ਉਹਨੂੰ ਠੰਡੇ ਕਰਾਂਗੇ ਤਾਂ ਉਹਦੇ ਰਵੇ ਬਣ ਜਾ ਕੇ ਥੱਲੇ ਬੈਠ ਜਾਣਗੇ। ਇੱਦਾਂ ਚੀਨੀ ਦਾ ਕਰਾਂਗੇ ਆਪਾਂ, ਜੇ ਮੰਨ ਲਓ ਤਾਂ ਚੀਨੀ ਹੁਣ ਕੀ ਆ, ਚੀਨੀ ਉਸ ਜਿਹੜਾ ਸਾਲਟ ਹੈ ਉਹਦੇ ਰਵੇ ਨੇ। ਇਹ ਜਿਹੜੇ ਦਾਣੇ ਨੇ ਚੀਨੀ ਦੇ ਇਹ ਰਵੇ ਨੇ। ਇੱਦਾਂ ਹੀ ਕੀ ਹੁੰਦਾ ਕਿ ਯੂਰਿਕ ਐਸਿਡ ਆਇਆ ਜੇ ਇੱਕ ਸੀਮਾ ਤੋਂ ਵੱਧ ਜਾਂਦਾ ਜਦੋਂ, ਤਾਂ ਉਹਦੇ ਫਿਰ ਰਵੇ ਬਣਨੇ ਸ਼ੁਰੂ ਹੋ ਜਾਂਦੇ ਆ। ਉਹ ਲਿਕੁਇਡ ਫਾਰਮ 'ਚ ਨਹੀਂ ਰਹਿੰਦਾ, ਅਤੇ ਜਦੋਂ ਇਹ ਲਿਕੁਇਡ ਫਾਰਮ 'ਚ ਨਹੀਂ ਰਹਿੰਦਾ ਤਾਂ ਜਾ ਕੇ ਉਹ ਰਵੇ ਜਿਹੜੇ ਨੇ ਡਿਪੋਜ਼ਿਟ ਹੋਣੇ ਸ਼ੁਰੂ ਹੋ ਜਾਂਦੇ ਆ ਅੱਡ ਅੰਗਾਂ 'ਚ। ਸੋ ਕੁਦਰਤ ਬਣ ਜਾਂਦੀ। ਕੁਦਰਤ ਦਾ ਇੱਕ ਤਰੀਕਾ ਹੈ ਉਹਨਾਂ ਨੂੰ ਮਤਲਬ ਕਿਉਂਕਿ ਖੂਨ ਦੇ ਅੰਦਰ ਅਗਰ ਉਹ ਰਹੇਗਾ ਜ਼ਿਆਦਾ ਯੂਰਿਕ ਐਸਿਡ ਤਾਂ ਉਹ ਰਵੇ ਕਿਸੇ ਵਾਈਟਲ ਔਰਗਨ 'ਚ ਬਣ ਸਕਦੇ ਆ। ਯਾਨੀ ਕਿ ਮੰਨ ਲਓ ਬ੍ਰੇਨ 'ਚ ਬਣ ਗਏ, ਤਾਂ ਫਿਰ ਬ੍ਰੇਨ 'ਚ ਤਾਂ ਇੱਕ ਰਵਾ ਵੀ ਜਾ ਕੇ ਕਿਤੇ ਗਲਤ ਥਾਂ 'ਤੇ ਡਿਪੋਜ਼ਿਟ ਹੋ ਗਿਆ ਤਾਂ ਉਹ ਤਾਂ ਪੜਥੂ ਪਾ ਦੇਗਾ। ਸਰੀਰ ਸਾਡਾ ਜਿਹੜਾ ਬ੍ਰੇਨ ਹੈ, ਹਾਰਟ ਹੈ, ਫੇਫੜੇ ਹਨ, ਇਹ ਬੜੇ ਸੋਲ ਕਿਸਮ ਦੇ ਅੰਗ ਨੇ ਜਿਨ੍ਹਾਂ ਨੇ ਕਿ ਹਰ ਵੇਲੇ ਸਾਨੂੰ ਜਿਉਂਦੇ ਰੱਖਣਾ। ਅਤੇ ਇਹਦੇ ਅੰਦਰ ਕੁਦਰਤ ਕੋਈ ਵੀ ਡਿਸਟਰਬੈਂਸ ਨਹੀਂ ਹੋਣ ਦਿੰਦੀ, ਕਿਉਂਕਿ ਕੁਦਰਤ ਨੇ ਕੁਦਰਤ ਜਦੋਂ ਜੀਵ ਨੂੰ ਬਚਾਉਂਦੀ ਹੈ ਤਾਂ ਕੁਦਰਤ ਇਹਨਾਂ ਅੰਗਾਂ ਨੂੰ, ਦਿਲ ਨੂੰ, ਦਿਮਾਗ ਨੂੰ, ਫੇਫੜਿਆਂ ਨੂੰ ਇਹ ਇੰਨਾ ਬਚਾ ਕੇ ਰੱਖਦੀ ਹੈ ਕਿ ਇਹਦੇ ਵਿੱਚ ਕੋਈ ਡਿਸਟਰਬੈਂਸ ਨਾ ਹੋਵੇ। ਬਾਕੀ ਅੰਗਾਂ ਨੂੰ ਡਿਸਟਰਬ ਕਰ ਦਿੰਦੀ ਮਾੜਾ ਮੋਟਾ। ਸੋ ਰਵੇ ਕਿੱਥੇ ਜਾ ਕੇ ਜੰਮਣਗੇ? ਪਹਿਲਾਂ ਹੱਡੀਆਂ 'ਚ ਜੰਮਣਗੇ, ਜੋੜਾਂ 'ਚ ਜੰਮਣਗੇ, ਪੱਠਿਆਂ 'ਚ ਜੰਮਣਗੇ, ਕਿਉਂਕਿ ਕੁਦਰਤ ਨੂੰ ਪਤਾ ਕਿ ਇੱਥੇ ਜੰਮਣਗੇ ਤਾਂ ਦਰਦ ਹੀ ਹੋਊਗੀ ਨਾ ਵੱਧ ਤੋਂ ਵੱਧ, ਕੋਈ ਨੁਕਸਾਨ ਨਹੀਂ, ਜੀਵ ਮਰਨ ਨਹੀਂ ਲੱਗਿਆ। ਤਾਂ ਕੁਦਰਤ ਉਹਨਾਂ ਥਾਵਾਂ 'ਤੇ ਜਾ ਕੇ ਉਹਨਾਂ ਨੂੰ ਜਮਾਉਂਦੀ ਰਵਿਆਂ ਨੂੰ ਜਿੱਥੇ ਉਹ ਸੇਫ ਹੁੰਦੇ ਆ। कुदरत फौरी मौत का कोई रिस्क नहीं होता। चंडीगढ़ में भारत का पहला इंटीग्रेटेड मेडिकल साइंसेज का हॉस्पिटल शुरू किया गया है, जिसका नाम हिम्स रखा गया है, हॉस्पिटल एंड इंस्टीट्यूट ऑफ इंटीग्रेटेड मेडिकल साइंसेज, जहां एलोपैथी, आयुर्वेद, होम्योपैथी, नेचुरोपैथी सब एक ही साथ पेशेंट को ठीक करने के उद्देश्य से काम करती है सारी पैथी। इसमें डॉक्टर विश्वरूप राय चौधरी, डॉक्टर अमर सिंह आजाद, डॉक्टर अवधेश पांडे, आचार्य मनीष, डॉक्टर खादर फली और इन सब की पूरी नॉलेज, ट्रेनिंग और एजुकेशन को यूज किया जा रहा है। लीवर फेल हो, किडनी खराब हो, हार्ट की प्रॉब्लम हो, जोड़ों का दर्द हो, ऑटो इम्यून डिजीज हो, स्टेज 4 कैंसर हो, कोई भी ऐसी बीमारी जो डॉक्टर ने आपको लाइलाज बताई हो या आपको कोई ऑपरेशन बताया हो, तो आप इस हॉस्पिटल हिम्स में संपर्क कर सकते हैं और बीमारी की जड़ पर काम कर सकते हैं। रहना, खाना, पीना सब अरेंजमेंट है। 70 बेड का यह हॉस्पिटल भारत में अपनी तरह का एकमात्र ऐसा हॉस्पिटल है जहां पर पेशेंट को ठीक किया जाता है, पेशेंट को नॉलेज दी जाती है, पेशेंट को पढ़ाया जाता है, पेशेंट को एजुकेट किया जाता है कि कैसे आपको अपनी बीमारी से खुद ही लड़ना है, यानी कि अपना डॉक्टर खुद बनना है। बी योर ऑन डॉक्टर। तो आज जरूरत है ऐसे हिम्स के हॉस्पिटल और क्लिनिक्स की। अभी भारत में पटियाला में, जीरकपुर, चंडीगढ़, डेराबस्सी और दिल्ली में 14 क्लिनिक शुरू हो चुके हैं, जहां पर
सिर्फ खाना पीना और लाइफस्टाइल को ठीक करके बीमारियों को रिवर्स करना सिखाया जाता है। और एक हॉस्पिटल डेराबस्सी जो चंडीगढ़ में है वो शुरू हो चुका है। ये सब हिम्स के नाम से काम कर रहे हैं। तो अगर आप भी किसी गंभीर बीमारी से परेशान हैं तो जल्द संपर्क करें हिम्स हॉस्पिटल चंडीगढ़ में। ਉਹ ਫਿਰ ਜਾ ਕੇ ਜਦੋਂ ਜੋੜਾਂ 'ਚ ਜੰਮਦੇ ਆ ਜ਼ਿਆਦਾ ਤਾਂ ਫਿਰ ਸਾਡਾ ਗਾਊਟ ਹੋ ਜਾਂਦਾ, ਉਹਨੂੰ ਅਸੀਂ ਆਰਥਰਾਈਟਿਸ ਕਹਿ ਦਿੰਦੇ ਆ। ਜੋ ਜੋੜ ਦੁਖਣ ਲੱਗ ਜਾਂਦੇ ਆ, ਸੁੱਜ ਜਾਂਦੇ ਆ ਜੋੜ, ਤਾਂ ਉਹਨੂੰ ਆਪਾਂ ਯੂਰਿਕ ਐਸਿਡ ਕਹਿੰਦੇ ਆ, ਜਿਹੜੀ ਪ੍ਰੋਟੀਨ ਦੀ ਮੈਟਾਬੋਲਿਜ਼ਮ ਦੀ ਉਹਦੇ ਵਿੱਚ ਬਣਦਾ ਹੈ। ਹੁਣ ਆਪਾਂ ਪ੍ਰੋਟੀਨ ਦੇ ਵਿੱਚ ਵੀ ਆਈਏ ਥੋੜ੍ਹਾ ਜਿਹਾ, ਵੀ ਕਿਹੜਾ ਪ੍ਰੋਟੀਨ ਇਹਦੇ ਵਿੱਚ ਬੋਡੀ ਦੇ ਅੰਦਰ ਜਿਹੜਾ ਜਾ ਕੇ ਯੂਰਿਕ ਐਸਿਡ ਨੂੰ ਵਧਾਉਂਦਾ ਹੈਗਾ, ਮਾਤਰਾ ਵਧਾਉਂਦਾ। ਕਿਉਂਕਿ ਪ੍ਰੋਟੀਨ ਵੀ ਤੁਸੀਂ ਭਾਸ਼ਾ ਵੀ ਜਿਹੜੀ ਹੈ ਥੋੜ੍ਹੀ ਪਿਛਲੇ ਸਮੇਂ ਦੇ ਦੌਰਾਨ ਅਲੱਗ-ਅਲੱਗ ਦੱਸੀਆਂ ਹੋਈਆਂ ਨੇ। ਇੱਕ ਹੁੰਦਾ ਆਰਗੈਨਿਕ ਪ੍ਰੋਟੀਨ, ਜਿਹੜਾ ਆਪਾਂ ਜਿਹੜੇ ਪੌਦਿਆਂ ਤੋਂ ਕੁਦਰਤੀ ਪ੍ਰੋਟੀਨ ਜਿਹੜਾ ਆਪਾਂ ਨੂੰ ਮਿਲ ਰਿਹਾ। ਇੱਕ ਹੁੰਦਾ ਜਿਹੜਾ ਐਨੀਮਲ ਪ੍ਰੋਟੀਨ ਪਲੱਸ ਦੂਸਰੇ ਪ੍ਰੋਟੀਨ ਜਿਹੜੇ ਆਪਾਂ ਹੋਰ ਲੈ ਰਹੇ ਹਾਂ, ਆਪਾਂ ਜਿਹੜੇ ਪਾਊਡਰ ਦੀ ਸ਼ਕਲ ਦੇ ਵਿੱਚ ਜਿਹੜਾ ਮਾਰਕੀਟਾਂ ਦੇ ਵਿੱਚ ਵਿਕ ਰਿਹਾ ਹੈਗਾ। ਇਹਨਾਂ ਦੇ ਵਿੱਚੋਂ ਕਿਹੜਾ ਪ੍ਰੋਟੀਨ ਜਿਹੜਾ ਇਹ ਯੂਰਿਕ ਐਸਿਡ ਵਧਾ ਰਿਹਾ? ਦੇਖੋ ਕੁਲਵੰਤ ਜੀ, ਤੁਸੀਂ 3-4 ਕਿਸਮ ਦੇ ਪ੍ਰੋਟੀਨਾਂ ਦੀ ਗੱਲ ਕੀਤੀ ਹੈ। ਇੱਕ ਤਾਂ ਹੋ ਗਏ ਜਿਹੜੇ ਕਿ ਮੈਨ ਮੇਡ ਪ੍ਰੋਟੀਨਸ ਨੇ, ਜਿਹੜੇ ਕਿ ਡਾਈਜੈਸਟੇਬਲ ਫਾਰਮ 'ਚ ਨੇ, ਜਿਹਦੇ ਨੂੰ ਬਾਡੀ ਨੂੰ ਡਾਈਜੈਸਟ ਨਹੀਂ ਕਰਨਾ, ਉਹ ਸਿੱਧੇ ਖੂਨ 'ਚ ਜਾਣਗੇ। ਜਿਹੜੇ ਪ੍ਰੋਟੀਨ ਪਾਊਡਰ ਨੇ ਉਹ ਸਭ ਤੋਂ ਵੱਧ ਖਤਰਨਾਕ ਨੇ। ਇਸੇ ਕਰਕੇ ਤੁਸੀਂ ਦੇਖਿਆ ਹੋਣਾ ਕਿ ਜਿੰਨੇ ਬੱਚੇ ਜਿੰਮ ਵਾਲੇ ਬੱਚੇ ਆ, ਜਿਹੜੇ ਉਹ ਖਾਂਦੇ ਆ ਪ੍ਰੀ ਡਾਈਜੈਸਟਡ ਪ੍ਰੋਟੀਨਸ, ਜਿਹੜੇ ਕਿ ਸਿੱਧੇ ਖੂਨ 'ਚ ਚਲੇ ਜਾਂਦੇ, ਬਹੁਤ ਬਿਮਾਰ ਹੁੰਦੇ ਆ। ਇੰਨੇ ਜ਼ਿਆਦਾ ਬਿਮਾਰ ਹੁੰਦੇ ਉਹ ਕਿ ਉਹਨਾਂ ਦੇ ਅੰਦਰ ਬਹੁਤ ਡਿਸਟਰਬੈਂਸ ਹੁੰਦੀਆਂ ਨੇ ਭਾਂਤ ਦੀਆਂ, ਅਤੇ ਉਹਦੇ ਇੱਥੋਂ ਤੱਕ ਵੀ ਡਿਸਟਰਬੈਂਸ ਹੋ ਜਾਂਦੀਆਂ ਨੇ ਕਿ ਮੁੰਡਿਆਂ ਦੀਆਂ ਜਿਹੜੀਆਂ ਛਾਤੀਆਂ ਔਰਤਾਂ ਨੂੰ ਨਿਕਲਣ ਲੱਗ ਜਾਂਦੀਆਂ ਨੇ, ਮੌਤ ਵੀ ਹੋ ਜਾਂਦੀ ਹੈ। ਦੁੱਧ ਆ ਰਿਹਾ ਹੁੰਦਾ, ਉਹ 'ਚ ਕਈ ਵਾਰੀ ਮੌਤ ਹੋ ਜਾਂਦੀ ਹੈ। ਦੁੱਧ ਵੀ ਆ ਜਾਂਦਾ ਮੁੰਡਿਆਂ ਦੀ ਛਾਤੀ, ਦੁੱਧ ਟਾਈਪ ਲਿਕੁਇਡ ਜਿਹਾ ਆਉਣ ਲੱਗ ਜਾਂਦਾ, ਆਪਾਂ ਦੁੱਧ ਕਹਿ ਸਕਦੇ ਉਹਨੂੰ। ਤਾਂ ਉਹ ਇਸ ਕਿਸਮ ਦੇ ਜਿਹੜੇ ਵਰਤਾਰਾ ਹੈ ਉਹ ਕਿਤੇ ਨਾ ਕਿਤੇ ਜਿਹੜੇ ਪ੍ਰੀ ਡਾਈਜੈਸਟਡ ਪ੍ਰੋਟੀਨਸ ਨੇ, ਇਹ ਤਾਂ ਬਹੁਤ ਖਤਰਨਾਕ ਹੁੰਦੇ ਆ। ਇਹਨਾਂ ਨੂੰ ਅਸੀਂ ਬਿਲਕੁਲ ਹੀ ਟੱਚ ਵੀ ਨਹੀਂ ਕਰਨਾ ਚਾਹੀਦਾ ਕਦੀ। ਬਹੁਤ ਹੀ ਖਤਰਨਾਕ ਵਰਤਾਰਾ, ਔਰ ਬੱਚੇ ਬਹੁਤ ਹੀ ਮਿਸਲੀਡ ਹੋ ਰਹੇ ਆ ਜਿੰਮਾਂ ਦੇ ਵਿੱਚ ਜਾ ਕੇ, ਕਿਉਂਕਿ ਉਹ ਜਿੰਮ ਵਾਲੇ ਦਾ ਜਿਹੜੇ ਨੇ ਉਹ ਕੋਈ ਉਹਨਾਂ ਕੋਲ 1 ਪੁਆਇੰਟ ਪ੍ਰੋਗਰਾਮ ਹੈ ਵੀ ਤੁਹਾਡੇ ਪੱਠੇ ਕਿੱਦਾਂ ਵੱਡੇ ਕਰਨੇ ਆ। ਤਾਂ ਪੱਠੇ ਵੱਡੇ ਕਰਨ ਦੇ ਚੱਕਰ ਦੇ ਅੰਦਰ ਅਸੀਂ ਕੀ ਕਰਦੇ ਹਾਂ ਕਿ ਉਹ ਪ੍ਰੋਟੀਨ ਖਾਣੇ ਸ਼ੁਰੂ ਕਰ ਦਿੰਦੇ ਆ। ਠੀਕ ਆ, ਪੱਠੇ ਜਦੋਂ ਤੁਸੀਂ ਐਕਸਰਸਾਈਜ਼ ਕਰਦੇ ਹੋ, ਪ੍ਰੋਟੀਨ ਖਾਈ ਜਾਂਦੇ ਹੋ, ਤਾਂ ਪੱਠੇ ਵੱਡੇ ਤਾਂ ਹੋ ਜਾਣਗੇ, ਲੇਕਿਨ ਉਹਦਾ ਖਤਰੇ ਜਿਹੜੇ ਹੈਗੇ ਨੇ ਉਹ ਉਸ ਤੋਂ ਕਿਤੇ ਜ਼ਿਆਦਾ ਵੱਡੇ ਨੇ। ਜੋ ਉਹਦਾ ਲਾਭ ਹੋਣਾ ਉਹ ਬਹੁਤ ਥੋੜ੍ਹਾ, ਲੇਕਿਨ ਜਿਹੜੇ ਖਤਰੇ ਨੇ ਬਹੁਤ ਵੱਡੇ ਆ। ਅੱਗੇ ਆ ਜਾਓ, ਦੂਸਰੀ ਪ੍ਰੋਟੀਨ ਨੇ ਜਿਹੜੇ ਜਿਹਨੂੰ ਆਪਾਂ ਅਸਲੀ ਪ੍ਰੋਟੀਨ ਕਹਿੰਦੇ ਹਾਂ, ਹਾਈ ਪ੍ਰੋਟੀਨ ਡਾਈਟ ਕਹਿੰਦੇ ਜਿਹਨੂੰ, ਉਹ ਹੈ ਐਨੀਮਲ ਪ੍ਰੋਟੀਨਸ। ਐਨੀਮਲ ਪ੍ਰੋਟੀਨ ਦਾ ਮਤਲਬ ਮੀਟ, ਅੰਡਾ, ਮੱਛੀ, ਦੁੱਧ, ਇਹ ਐਨੀਮਲ ਪ੍ਰੋਟੀਨਸ ਨੇ। ਐਨੀਮਲ ਪ੍ਰੋਟੀਨ ਜਿਹੜੇ ਹੁੰਦੇ ਆ ਇਹ ਵੀ ਡਾਈਜੈਸਟ ਕਰਨ 'ਚ ਬਹੁਤ ਔਖੇ ਹੁੰਦੇ ਆ, ਡਾਈਜੈਸ਼ਨ ਵੀ ਬਹੁਤ ਔਖੀ ਇਹਨਾਂ ਦੀ। ਔਰ ਦੂਜੀ ਗੱਲ, ਇਹਨਾਂ ਦਾ ਜਦੋਂ ਡਾਈਜੈਸਟ ਹੋ ਕੇ ਅੰਦਰ ਚਲਾ ਜਾਂਦਾ ਤਾਂ ਇਹਨੂੰ ਬਾਹਰ ਵੀ ਅੱਕੜਨਾ ਔਖਾ। ਜਿਹੜੀ ਯੂਰਿਕ ਐਸਿਡ ਬਣਦਾ ਉਹ ਬਹੁਤ ਜ਼ਿਆਦਾ ਐਨੀਮਲ ਪ੍ਰੋਟੀਨ ਤੋਂ ਬਣਦਾ ਜ਼ਿਆਦਾ। ਤਾਂ ਐਨੀਮਲ ਪ੍ਰੋਟੀਨ ਜਿੰਨਾ ਜ਼ਿਆਦਾ ਖਾਵਾਂਗੇ ਉਨਾ ਜ਼ਿਆਦਾ ਯੂਰਿਕ ਐਸਿਡ ਬਣੇਗਾ ਸਾਨੂੰ। ਸੋ ਇਸ ਕਰਕੇ ਜਿਹੜਾ ਹੈ ਕਿਤੇ ਨਾ ਕਿਤੇ ਦੁੱਧ ਜ਼ਿਆਦਾ ਪੀਣਾ, ਜਾਂ ਦੁੱਧ ਦੇ ਪ੍ਰੋਡਕਟਸ ਜਿਵੇਂ ਲੱਸੀ, ਦਹੀਂ ਹੈ, ਜਾਂ ਪਨੀਰ ਹੈ। ਪਨੀਰ ਬਹੁਤ ਖਾਂਦੇ ਹੁਣ ਜਿੰਮ ਵਾਲੇ, ਪ੍ਰੋਟੀਨ ਧੜਾਧੜ ਪ੍ਰੋਟੀਨ ਖਾਈ ਜਾਂਦੇ ਆ, ਪਨੀਰ ਖਾਈ ਜਾਂਦੇ, ਅੰਡੇ 6 ਦਰਜਨ 2 ਦਰਜਨ ਅੰਡੇ ਐਵੇਂ। ਤਾਂ ਇਹ ਮਤਲਬ ਇੱਕ ਬਿਲਕੁਲ ਪਾਗਲਪਨ ਵਾਂਗੂ ਕੰਮ ਹੈ ਕਿ ਤੁਹਾਡੀ ਬਾਡੀ ਦਾ ਕੋਈ ਤੁਸੀਂ ਹਿਸਾਬ ਕਿਤਾਬ ਨਹੀਂ ਰੱਖ ਰਹੇ ਵੀ ਤੁਹਾਡੀ ਬਾਡੀ ਕਿੰਨਾ ਕੁ ਡਾਈਜੈਸਟ ਕਰ ਸਕਦੀ ਹੈ, ਕਿੰਨਾ ਕੁ ਸਿਮੂਲੇਟ ਕਰ ਸਕਦੀ ਆ। ਤੁਸੀਂ ਸਿਰਫ ਤੁਹਾਡੇ ਮਨ 'ਚ ਬੋਲੇ ਵਾਂਗੂ ਇੱਕੋ ਹੀ ਗੱਲ ਹੈ ਕਿ ਤੁਸੀਂ ਪੱਠੇ ਮੋਟੇ ਕਰਨੇ ਆ। ਤਾਂ ਉਹ ਜਿਹੜਾ ਐਨੀਮਲ ਪ੍ਰੋਟੀਨ ਦਾ ਵਰਤਾਰਾ ਉਹ ਕਿਤੇ ਨਾ ਕਿਤੇ ਉਹ ਵੀ ਖਤਰਨਾਕ ਹੈ ਬਹੁਤ। ਤਾਂ ਅਸੀਂ ਜਿਹੜਾ ਤੀਜੇ ਪ੍ਰੋਟੀਨ ਨੇ ਪਲਾਂਟ ਪ੍ਰੋਟੀਨਸ ਵੀ ਅੱਗੇ ਦੋ 'ਚ ਵੰਡ ਲੈਂਦੇ ਆਪਾਂ। ਇੱਕ ਨੇ ਜਿਹੜਾ ਕੁੱਕ ਕੀਤਾ ਹੋਇਆ ਫੂਡ ਹੈ, ਪੱਕਿਆ ਹੋਇਆ ਫੂਡ ਹੈ, ਇੱਕ ਹੈ ਅਨਕੁਕਡ ਫੂਡ। ਹੁਣ ਪੱਕੇ ਹੋਏ ਫੂਡ ਦੇ ਜਿਹੜੇ ਪ੍ਰੋਟੀਨਸ ਨੇ ਉਹ ਵੀ ਕਿਤੇ ਨਾ ਕਿਤੇ ਉਹ ਚੇਂਜ ਹੋ ਜਾਂਦੇ ਆ, ਉਹ ਵੀ ਬਾਡੀ 'ਚ ਘੁਸ ਜਾਂਦੇ ਆ, ਚਾਹੀਦੇ ਆ ਨਹੀਂ ਚਾਹੀਦੇ, ਅੰਦਰ ਉਹਨਾਂ ਇੱਕ ਵਾਰੀ ਖੂਨ ਚਲੇ ਜਾਣਾ। ਤਾਂ ਉਹ ਵੀ ਇੱਕ ਗਲਤ ਵਰਤਾਰਾ ਹੋ ਗਿਆ, ਕਿਉਂਕਿ ਫਿਰ ਜਦੋਂ ਅੰਦਰ ਚਲੇ ਗਏ ਤਾਂ ਲੋੜ ਹੈ ਨਹੀਂ, ਚਲੇ ਗਏ ਪਰ ਲੋੜ ਹੈ ਨਹੀਂ ਬਾਡੀ ਨੂੰ। ਬਾਡੀ ਕੀ ਕਰੇਗੀ ਫਿਰ ਉਹਨੂੰ ਬਾਹਰ ਕੱਢੇਗੀ ਤਾਂ ਫਿਰ ਉਹ ਯੂਰਿਕ ਐਸਿਡ, ਯੂਰੀਆ, ਕ੍ਰੀਏਟਿਨ ਦੀ ਸ਼ੱਕਰ ਕੱਢੇਗੀ। ਫਿਰ ਲੋਡ ਜ਼ਿਆਦਾ ਪਏਗਾ। ਜਿੰਨਾ ਕੁ ਲੋਡ ਕਿਡਨੀ ਚੱਲ ਸਕੇਗੀ, ਬਾਕੀ ਨਹੀਂ ਤਾਂ ਉਹਨਾਂ ਦੇ ਲੈਵਲ ਵਧਣੇ ਸ਼ੁਰੂ ਹੋ ਜਾਣਗੇ ਫਿਰ। ਤਾਂ ਇਹ ਜਿਹੜਾ ਵਰਤਾਰਾ ਜਿਹੜੇ ਕੁਕਡ ਫੂਡ 'ਤੇ ਹੁੰਦਾ। ਅੱਗੇ ਆ ਗਿਆ ਲਾਸਟ ਜਿਹੜਾ ਰॉ ਫੂਡਸ, ਕੱਚੇ ਫਲ। ਕੁਲਵੰਤ ਜੀ, ਕੱਚੇ ਜਿਹੜੇ ਭੋਜਨ ਨੇ ਇਹਨਾਂ ਦੀ ਬਹੁਤ ਬਿਊਟੀ ਇਹ ਹੈ ਕਿ ਕੱਚਾ ਭੋਜਨ ਜਦੋਂ ਹੁੰਦਾ ਤਾਂ ਉਹ ਬਹੁਤ ਵਾਈਜ਼ ਭੋਜਨ ਹੁੰਦਾ, ਬਹੁਤ ਸਿਆਣਾ ਭੋਜਨ ਹੁੰਦਾ। ਉਹ ਥੋੜ੍ਹੀ ਅੰਤਰੀਆਂ 'ਚ ਕੁਦਰਤ ਰੋਕ ਲੈਂਦੀ ਹੈ। ਜੇ ਤੁਹਾਨੂੰ ਨਹੀਂ ਚਾਹੀਦਾ ਤਾਂ ਕੁਦਰਤ ਨੂੰ ਕਹਿੰਦੇ ਉੱਥੇ ਪਿਆਰ ਹੈ। ਕੁਦਰਤ ਕੋਲੇ ਭਾਸ਼ਾ ਹੈਗੀ ਹੈ। ਕੁਦਰਤ ਦਾ ਅਤੇ ਕੱਚੇ ਭੋਜਨ ਦਾ ਆਪਸ 'ਚ ਇੱਕ ਇਕੁਏਸ਼ਨ ਬਣੀ ਹੋਈ ਹੈ, ਸੰਤੁਲਨ ਬਣਿਆ ਹੋਇਆ, ਤਾਲਮੇਲ ਬਣਿਆ ਹੋਇਆ ਕਿ ਕੁਦਰਤ ਦੇ ਅੰਦਰ ਤੁਸੀਂ ਮੰਨ ਲਓ ਕੱਚਾ ਭੋਜਨ ਹਾਈ ਪ੍ਰੋਟੀਨ ਵੀ ਖਾ ਲਿਆ, ਕੱਚੇ ਸਪਰਾਊਟਸ ਖਾ ਲਏ ਤੁਸੀਂ, ਬਹੁਤ ਜ਼ਿਆਦਾ ਦਾਲਾਂ ਖਾ ਲਈਆਂ, ਤਾਂ ਤੁਹਾਡੀ ਬਾਡੀ ਡਾਈਜੈਸਟ ਹੀ ਨਹੀਂ ਕਰੇਗੀ। ਤੁਹਾਡਾ ਪੇਟ ਦੁਖਣ ਲੱਗ ਜਾਏਗਾ, ਤੁਹਾਨੂੰ ਪੋਟੀਆਂ ਲੱਗ ਜਾਣਗੀਆਂ, ਤੁਹਾਨੂੰ ਗੈਸ ਬਣ ਜਾਏਗੀ।
ਤਾਂ ਤੁਹਾਡੀ ਅੰਤੜੀਆਂ 'ਚ ਜਿਹੜੇ ਪਹਿਲਾ ਡਿਫੈਂਸ ਹੈ ਜਿਹੜਾ ਤੁਹਾਡਾ ਰੋਂਗ ਫੂਡ ਜਦੋਂ ਖਾਂਦੇ ਹੋ ਤਾਂ ਜਿਹੜਾ ਪਹਿਲਾ ਡਿਫੈਂਸ ਲਾਈਨ ਹੈ ਉਹ ਹੈ ਤੁਹਾਡੀਆਂ ਅੰਤੜੀਆਂ। ਤੁਹਾਡੀਆਂ ਅੰਤੜੀਆਂ ਫਸਟ ਡਿਫੈਂਸ ਲਾਈਨ ਕੱਚੇ ਭੋਜਨ 'ਤੇ ਵਧੀਆ ਕੰਮ ਕਰਦੀਆਂ ਨੇ, ਪੱਕੇ ਭੋਜਨ 'ਤੇ ਵੀ ਕੰਮ ਨਹੀਂ ਕਰਦੀਆਂ, ਇੰਡਸਟਰੀਅਲ ਭੋਜਨ 'ਤੇ ਵੀ ਕੰਮ ਨਹੀਂ ਕਰਦੀਆਂ, ਐਨੀਮਲ ਭੋਜਨ ਵੀ ਜਿਹੜੇ ਨੇ ਨੈਚੁਰਲ ਫੂਡਸ ਨਹੀਂ ਹੈਗੇ ਉਹਨਾਂ 'ਤੇ ਵੀ ਕੰਮ ਨਹੀਂ ਕਰਦੀਆਂ। ਉਹ ਕ੍ਰਾਸ ਕਰ ਜਾਂਦਾ। ਜਿਹੜਾ ਫਸਟ ਲਾਈਨ ਆਫ ਡਿਫੈਂਸ ਹੈ ਉਹਨੂੰ ਧੋਖਾ ਦੇ ਕੇ ਅੰਦਰ ਲੰਘ ਜਾਂਦੇ ਹੋ। ਲੇਕਿਨ ਜਿਹੜਾ ਰॉ ਪਲਾਂਟ ਫੂਡ ਹੈ ਉਹ ਤਾਂ ਉਹਦਾ ਧੋਖਾ ਨਹੀਂ ਹੁੰਦਾ। ਉਹ ਧੋਖਾ ਇਸ ਕਰਕੇ ਨਹੀਂ ਹੁੰਦਾ ਕਿ ਕੁਦਰਤ ਨੇ ਹਜ਼ਾਰਾਂ ਲੱਖਾਂ ਸਾਲਾਂ ਤੋਂ ਉਹ ਸੰਤੁਲਨ ਬਣਾਇਆ ਹੋਇਆ, ਤਾਂ ਉਹਦਾ ਇੱਕ ਸਿਸਟਮ ਬਣਿਆ ਹੋਇਆ ਹੈ ਕਿ ਇਹਨੂੰ ਇੱਥੇ ਹੀ ਰੋਕ ਲਓ, ਅੱਗੇ ਜਾਣ ਹੀ ਨਾ ਦਿਓ, ਤਾਂ ਕੁਦਰਤ ਉੱਥੇ ਹੀ ਰੋਕ ਲੈਂਦੀ ਹੈ। ਤੁਹਾਨੂੰ ਇੱਕ ਲੈਟਰਿਨ ਵੱਧ ਆ ਜਾਏਗੀ, ਪੇਟ ਦੁਖ ਜਾਏਗਾ, ਉਲਟੀ ਆ ਜਾਏਗੀ, ਕੁਛ ਨਾ ਕੁਛ ਇੱਦਾਂ ਦਾ ਹੋ ਜਾਏਗਾ। ਜੇ ਤੁਸੀਂ ਜ਼ਿਆਦਾ ਕੱਚਾ ਭੋਜਨ ਖਾਓਗੇ, ਜਿਹੜਾ ਜਿੰਨਾ ਨਹੀਂ ਚਾਹੀਦਾ, ਜਿੰਨਾ ਚਾਹੀਦਾ ਉਹ ਸਰੀਰ ਹਜਮ ਕਰ ਲਏਗਾ, ਅੰਦਰ ਜਾਣ ਦੇਗਾ, ਜੇ ਨਹੀਂ ਚਾਹੀਦਾ ਤਾਂ ਉੱਥੇ ਹੀ ਰੋਕ ਲਏਗਾ। ਸੋ ਇਸ ਕਰਕੇ ਸਾਨੂੰ ਡਿਫਰੈਂਸ਼ੀਏਟ ਕਰਨਾ ਚਾਹੀਦਾ। ਉਹ ਪ੍ਰੋਟੀਨ ਜਿਹੜੇ ਕੱਚੇ ਭੋਜਨ 'ਚ ਨੇ, ਉਹ ਪ੍ਰੋਟੀਨ ਜਿਹੜੇ ਕੱਚੇ ਪਲਾਂਟ ਭੋਜਨ 'ਚ ਨੇ, ਪੌਦਿਆਂ ਦੇ ਭੋਜਨ 'ਚ ਨੇ, ਕੱਚੇ ਪੌਦੇ, ਫਿਰ ਆ ਗਏ ਪੱਕੇ ਪੌਦੇ, ਅੱਗ 'ਤੇ ਚੜ੍ਹੇ ਹੋਏ ਕੁੱਕ ਕੀਤੇ ਹੋਏ ਪੌਦੇ, ਫਿਰ ਆ ਗਏ ਥੋੜ੍ਹੇ ਐਨੀਮਲ ਪ੍ਰੋਟੀਨਸ, ਠੀਕ ਹੈ। ਸੋ ਇਹ ਫਿਰ ਆ ਗਏ ਤੁਹਾਡੇ ਇੰਡਸਟਰੀਅਲ ਪ੍ਰੋਟੀਨਸ, ਪ੍ਰੀ ਡਾਈਜੈਸਟਡ, ਜਿਹੜੇ ਕਿ ਆਲਰੇਡੀ ਡਾਈਜੈਸਟ ਹੋ ਚੁੱਕੇ ਆ। ਉਹਨਾਂ ਨੇ ਸਰੀਰ ਨੂੰ ਪਤਾ ਨਹੀਂ ਲੱਗਣ ਦੇਣਾ, ਚੁੱਪ ਕਰਕੇ ਅੰਦਰ ਘੁਸ ਜਾਣਾ ਸਿੱਧਾ ਹੀ। ਤਾਂ ਇਸ ਕਰਕੇ ਇਹ ਸਾਰੇ ਭੋਜਨ ਜਿਹੜੇ ਨੇ ਸਾਨੂੰ ਕਹਿਣ ਨੂੰ ਤਾਂ ਖਾਣਾ ਹੀ ਆ, ਆਪਾਂ ਕਹਿੰਦੇ ਸਭ ਨੂੰ ਖਾਣਾ ਹੀ ਆ, ਲੇਕਿਨ ਇਹ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਸਾਰੇ ਖਾਣੇ ਇੱਕ ਬਰਾਬਰ ਨਹੀਂ ਹੈਗੇ। ਹਰ ਖਾਣੇ ਦਾ ਆਪਣਾ ਗੁਣ ਹੈ, ਔਰ ਗੁਣਾਤਮਕ ਤੌਰ 'ਤੇ ਸਭ ਤੋਂ ਵਧੀਆ ਹੁੰਦੇ ਕੱਚੇ ਭੋਜਨ। ਨੰਬਰ 2 'ਤੇ ਪਲਾਂਟ ਦੇ ਜਿਹੜੇ ਪੱਕੇ ਭੋਜਨ ਨੇ, ਉਹ ਵੀ ਧੱਕੇ ਨਾਲ ਕੁੱਕਰ 'ਚ ਬਣਿਆ ਹੋਇਆ ਭੋਜਨ ਹੋਊਗਾ ਤਾਂ ਉਹ ਹੋਰ ਧੋਖਾ ਕਰੇਗਾ, ਕਿਉਂਕਿ ਟੁੱਟ ਗਿਆ। ਉਹ ਜਿਹੜਾ ਸਲੋ ਅੱਗ 'ਤੇ ਬਣਿਆ ਹੋਇਆ ਭੋਜਨ ਹੋਏਗਾ ਉਹਦੇ ਅੰਦਰ ਫਿਰ ਉਹ ਵਿਜ਼ਡਮ ਬਚੀ ਰਹਿ ਜਾਏਗੀ। ਮਤਲਬ ਤੁਸੀਂ ਦਾਲ ਜਿਹੜੀ ਹੈ, ਜਿਵੇਂ ਆਪਣੇ ਗੁਰਦੁਆਰਾ ਸਾਹਿਬ 'ਚ ਲੰਗਰ 'ਚ ਬਣਦੀ ਹੈ, ਕੋਲ ਵੱਡੇ ਸਾਰੇ ਦੇਗਚੇ 'ਚ ਹੌਲੀ ਹੌਲੀ ਅੱਗ 'ਤੇ ਉਹ ਬਣੀ ਜਾਂਦੀ, ਉਹ ਦਾਲ ਦੇ ਅੰਦਰ ਜਿਹੜੇ ਪ੍ਰੋਟੀਨ ਨੇ ਉਹਨਾਂ 'ਚ ਉਹ ਵਿਜ਼ਡਮ ਫਿਰ ਵੀ ਬਚ ਜਾਏਗੀ। ਲੇਕਿਨ ਜੇ ਤੁਸੀਂ ਕੁੱਕਰ 'ਚ ਬਣਾਓਗੇ ਤਾਂ ਕੁੱਕਰ ਦੇ ਅੰਦਰ ਉਹ ਵਿਜ਼ਡਮ ਹੋਰ ਖਰਾਬ ਹੋ ਜਾਏਗੀ, ਕਿਉਂਕਿ ਕੁੱਕਰ 'ਚ ਫੂਡ ਟੁੱਟ ਜਾਏਗਾ, ਇਸ ਢੰਗ ਨਾਲ ਟੁੱਟ ਜਾਏਗਾ ਕਿ ਧੱਕੇ ਨਾਲ ਵੜ ਜਾਏਗਾ ਖੂਨ 'ਚ, ਜੇ ਚਾਹੀਦਾ ਤਾਂ ਨਹੀਂ ਚਾਹੀਦਾ। ਤਾਂ ਜਿਹੜੀ ਕੁਦਰਤ ਦੀ ਸਿਆਣਪ ਹੈ ਉਹਨੂੰ ਬਾਈਪਾਸ ਕਰ ਜਾਂਦਾ, ਉਹਨੂੰ ਧੋਖਾ ਦੇ ਜਾਂਦਾ। ਇਸ ਕਰਕੇ ਆਪਾਂ ਨੂੰ ਇਸ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਪਹਿਲੀ ਗੱਲ ਤਾਂ ਪਲਾਂਟ ਫੂਡ ਖਾਣਾ, ਦੂਜੀ ਗੱਲ ਪਲਾਂਟ ਫੂਡ ਤੋਂ ਰॉ ਪਲਾਂਟ ਫੂਡ ਖਾਣਾ। ਜਿਹੜੇ ਕੁੱਕਡ ਫੂਡ ਖਾਣਾ ਵੀ ਹੈ ਉਹ ਨੈਚੁਰਲੀ ਕੁੱਕਡ ਹੋਵੇ। ਉਹ ਕੁੱਕਰ ਦਾ ਕੁੱਕ ਜਿਹੜਾ ਉਹ ਧੋਖਾ ਹੈ। ਸੋਲਰ ਕੁੱਕਰ ਚਲੇਗਾ? ਸੋਲਰ ਕੁੱਕਰ ਤਾਂ ਉਹਦੇ ਹਾਰੇ ਵਾਂਗੂ ਹੀ ਆ। ਸੋਲਰ ਕੁੱਕਰ ਦਾ ਨਾ ਹੀ ਕੁੱਕਰ ਹੈ, ਉਹਦੇ ਅੰਦਰ ਪ੍ਰੈਸ਼ਰ ਨਹੀਂ ਨਾ ਹੈਗਾ। ਸੋਲਰ ਕੁੱਕਰ ਤਾਂ ਬਿਲਕੁਲ ਸਾਡਾ ਮਾਡਰਨ ਹਾਰਾ ਹੈ, ਬਹੁਤ ਹੀ ਕਮਾਲ ਦਾ, ਜਿਹੜਾ ਕਸਬਾ ਦਾ ਪਾਪੂਲਰ ਨਹੀਂ ਹੋ ਰਿਹਾ, ਪਤਾ ਨਹੀਂ ਮੈਨੂੰ ਕਿਉਂ ਨਹੀਂ ਹੋ ਰਿਹਾ। ਜਿਹੜਾ ਸੋਲਰ ਕੁੱਕਰ ਜਿਹੜਾ ਸਾਡਾ ਪੁਰਾਣਾ ਪਾਥੀਆਂ ਵਾਲਾ ਹਾਰਾ ਹੁੰਦਾ ਸੀ ਨਾ, ਉਹ ਹੈ। ਤਾਂ ਉਹ ਇਸ ਕਰਕੇ ਉਹਨੂੰ ਸਾਨੂੰ ਅੱਜ ਕੱਲ੍ਹ ਪਾਪੂਲਰਾਈਜ਼ ਕਰਨਾ ਚਾਹੀਦਾ। ਸੋਲਰ ਕੁੱਕਰ ਦੇ ਅੰਦਰ ਬਹੁਤ ਸਲੋ ਅੱਗ 'ਤੇ ਖਾਣਾ ਬਣਦਾ, ਔਰ ਬਹੁਤ ਸਵਾਦ ਵੀ ਬਣਦਾ, ਟੇਸਟੀ ਵੀ ਬਹੁਤ ਬਣਦਾ। ਔਰ ਦੂਜੀ ਗੱਲ ਹੈਗਾ ਕਿ ਉਹ ਨੈਚੁਰਲੀ ਫੂਡ ਕੁੱਕ ਹੁੰਦਾ, ਸਲੋ। ਸਨਲਾਈਟ ਜਿਹੜੀ ਸਭ ਤੋਂ ਵੱਡੀ ਗੱਲ ਹੈ ਉਹਦੇ 'ਚ ਆ ਰਹੀ ਊਰਜਾ ਜਿਹੜੀ ਪਰਮਾਤਮਾ ਦੀ ਊਰਜਾ ਨੂੰ ਅਬਜ਼ਰਵ ਕਰਕੇ ਬਣਦਾ। ਸੋ ਇਸ ਕਰਕੇ ਸੋਲਰ ਕੁੱਕਰ 'ਤੇ ਹਾਰਾ ਦੋ ਚੀਜ਼ਾਂ ਨੇ, ਹਾਰਾ ਸਲੋ ਅੱਗ ਵਾਲਾ ਹਾਰਾ, ਜਾਂ ਚੁੱਲ੍ਹਾ ਸਲੋ ਅੱਗ ਵਾਲਾ, ਜਾਂ ਚਲੋ ਗੈਸ ਵੀ ਹੈ ਤਾਂ ਵੀ ਸਲੋ ਅੱਗ 'ਤੇ ਮਿੱਟੀ ਦੇ ਭਾਂਡੇ 'ਚ ਅਗਰ ਬਣਾਵਾਂਗੇ ਅਸੀਂ ਸਲੋ ਅੱਗ 'ਤੇ ਤੁਸੀਂ ਮਿੱਟੀ ਦੀ ਹਾਂਡੀ 'ਚ ਬਣਾ ਕੇ ਦੇਖੋ, ਉਹ ਸਲੋ ਅੱਗ ਤੁਸੀਂ ਕੀਤੀ ਹੋਈ ਚਾਹੇ ਗੈਸ ਦੀ ਵੀ ਹੋਵੇ ਤਾਂ ਉਹਦੇ 'ਚ ਉਬਾਲੀ ਵੀ ਨਹੀਂ ਆਉਂਦੀ, ਜਸਟ ਨੀਅਰ ਬੋਇਲਿੰਗ ਰਹਿੰਦਾ। ਕਿਉਂਕਿ ਉਹਦੀ ਮਿੱਟੀ ਦਾ ਜਿਹੜਾ ਹਾਂਡੀ ਹੁੰਦੀ ਹੈ ਉਹਦਾ ਥੱਲਾ ਇੰਨਾ ਮੋਟਾ ਹੈ ਕਿ ਉਹਨੂੰ ਉਹ ਗੜਕਵਾਂ ਵਾਲਾ ਵੀ ਨਹੀਂ ਆਉਂਦਾ, ਉਹ ਹਲਕਾ ਪੱਕੀ ਜਾਂਦਾ। ਕੋਈ ਖਾਣੇ ਦੇ ਹਿਸਾਬ ਨਾਲ ਕੋਈ 15 ਮਿੰਟ 'ਚ, ਕੋਈ ਅੱਧੇ ਘੰਟੇ 'ਚ, ਕੋਈ ਘੰਟੇ 'ਚ ਕੁੱਕ ਹੋ ਜਾਂਦਾ। ਇਸ ਕਰਕੇ ਆਪਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਫੂਡਸ ਇਹਨਾਂ ਦੇ ਗੁਣ ਨੇ ਜਿਹੜੇ ਉਹ ਅਲੱਗ ਨੇ। ਰॉ ਫੂਡ ਦਾ ਗੁਣ ਹੋਰ ਹੈ, ਪੱਕੇ ਹੋਏ ਖਾਣੇ ਦਾ ਹੋਰ ਹੈ, ਐਨੀਮਲ ਫੂਡ ਦਾ ਹੋਰ ਹੈ, ਸਿੰਥੈਟਿਕ ਫੂਡ ਜਿਹੜੇ ਇੰਡਸਟਰੀਅਲ ਫੂਡਸ ਨੇ ਉਹਨਾਂ ਦੇ ਗੁਣ ਹੋਰ ਨੇ। ਹੁਣ ਆਈਏ ਆਪਾਂ, ਮੰਨ ਲਓ ਯੂਰਿਕ ਐਸਿਡ ਬੰਦੇ ਦੇ ਬਾਡੀ ਦੇ ਅੰਦਰ ਵੱਧ ਗਿਆ ਤਾਂ ਉਹਦੇ 'ਚ ਹੁਣ ਸਿੰਪਟਮ ਜਿਹੜੇ ਨੇ ਉਹ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਜਿਹੜੇ ਜੋੜਾਂ 'ਚ ਦਰਦ ਹੋਣ ਲੱਗ ਜਾਂਦਾ, ਸੋਜਾ ਵੀ ਆ ਜਾਂਦਾ, ਕਿ ਕੀ ਸਿੰਪਟਮ ਉਹਦੇ ਹੋਣਗੇ? ਥੋੜ੍ਹਾ ਜਿਹਾ ਟੱਚ ਇਹਨੂੰ ਵੀ ਕਰਦੀ ਹੈ। ਉਹ ਡਿਪੈਂਡ ਕਰਦਾ ਹੈ। ਯੂਰਿਕ ਐਸਿਡ ਦੇ ਪੱਥਰੀਆਂ ਬਣਦੀਆਂ, ਇੱਕ ਤਾਂ ਪੱਥਰੀਆਂ ਬਣਨਗੀਆਂ, ਜੇ ਜ਼ਿਆਦਾ ਹੋਊਗਾ ਤਾਂ ਕ੍ਰਿਸਟਲ ਜਿਹੜੇ ਨੇ ਇੱਕ ਅਗਰ ਗੁਰਦੇ ਜਾ ਕੇ ਥਾਂ 'ਤੇ ਸਟਿਕ ਕਰ ਗਿਆ, ਇੱਕ ਕੀਤਾ ਉਹਦੇ ਨਾਲ ਦੂਜਾ ਆ ਜਾਏਗਾ, ਫਿਰ ਤੀਜਾ ਆ ਜਾਏਗਾ, ਫਿਰ ਚੌਥਾ ਆ ਜਾਏਗਾ, ਪੱਥਰੀ ਬਣ ਗਈ। ਪਿੱਤੇ 'ਚ ਵੀ ਬਣ ਜੂਗੀ, ਪਿੱਤੇ 'ਚ ਬਣ ਸਕਦੀ, ਗੁਰਦੇ 'ਚ ਬਣ ਸਕਦੀ ਹੈ। ਫਿਰ ਉਸ ਤੋਂ ਬਾਅਦ ਜੇ ਮਸਲ 'ਚ ਆ ਕੇ ਡਿਪੋਜ਼ਿਟ ਹੋ ਗਿਆ ਤਾਂ ਤੁਹਾਨੂੰ ਫਾਈਬਰੋਮਾਈਲਜੀਆ ਹੋਏਗਾ, ਹੱਡ ਪੈਰ ਟੁੱਟਣਗੇ। ਜੇ ਜੋੜਾਂ 'ਚ ਡਿਪੋਜ਼ਿਟ ਹੋ ਗਿਆ ਤਾਂ ਗਾਊਟ ਕਹਿ ਦਿੰਦੇ ਹਾਂ। ਉਹ ਜਿਹੜਾ ਅੰਗੂਠੇ ਦਾ ਜੋੜ ਹੁੰਦਾ, ਪੈਰਾਂ ਦੇ ਅੰਗੂਠੇ ਦਾ ਜੋੜ ਸਭ ਤੋਂ ਜ਼ਿਆਦਾ ਉਹਦੇ ਲਈ ਵਲਨਰੇਬਲ ਹੈ। ਉਹ ਜਦ ਸਭ ਤੋਂ ਪਹਿਲਾਂ ਉੱਥੇ ਦਰਦ ਸ਼ੁਰੂ ਹੁੰਦੀ ਹੈ। ਅੰਗੂਠਾ ਜਿੱਥੇ ਦੋਨੋਂ ਅੰਗੂਠੇ ਨੇ ਪੈਰਾਂ ਦੇ, ਉਹਦੀ ਬੇਸ 'ਤੇ ਜਿੱਥੋਂ ਅੰਗੂਠਾ ਸ਼ੁਰੂ ਹੁੰਦਾ ਉਹ ਜੋੜ ਸਭ ਤੋਂ ਪਹਿਲਾਂ ਦੁਖਣ ਲੱਗਦਾ, ਉਹਨੂੰ ਗਾਊਟ ਕਹਿ ਦਿੰਦੇ ਆਪਾਂ। ਤਾਂ ਗਾਊਟ ਜਿਹੜਾ ਉਹ ਬਹੁਤ ਖਤਰਨਾਕ ਪੇਨ ਹੁੰਦੀ, ਉਹਦੀ ਬਹੁਤ ਪੇਨਫੁਲ ਹੁੰਦਾ। ਯੂਰਿਕ ਐਸਿਡ ਕਰਾਓਗੇ ਤਾਂ ਤੁਸੀਂ 7-8 ਤੇ ਆਊਗਾ, 6 ਤੋਂ ਉੱਪਰ ਆਏਗਾ।
ਤਾਂ ਉਹ ਇੰਡੀਅਨ ਕੰਡੀਸ਼ਨ ਦੇ ਅੰਦਰ ਅਸੀਂ ਜਿਹੜਾ ਸਾਡਾ ਤਜਰਬਾ ਕਹਿੰਦਾ ਕਿ 5 ਤੋਂ ਉੱਪਰ ਅਗਰ ਯੂਰਿਕ ਐਸਿਡ ਆ ਰਿਹਾ ਤਾਂ ਅਲਰਟ ਹੋ ਜਾਣਾ ਚਾਹੀਦਾ। 5 ਤੱਕ ਯੂਰਿਕ ਐਸਿਡ ਠੀਕ ਹੈ। ਤੇ ਇਸ ਕਰਕੇ ਜਿਹੜਾ ਯੂਰਿਕ ਐਸਿਡ ਦੀਆਂ ਅਲਾਮਤਾਂ ਨੇ ਉਹ ਇੱਕ ਤਾਂ ਜੋੜਾਂ 'ਚ ਤਾਂ ਆਉਣਗੀਆਂ ਜਨਰਲ ਜਿਹੜੀਆਂ ਬੋਡੀ ਏਕਸ, ਆਹ ਬਾਹਾਂ ਵੀ ਦੁਖ ਰਹੀਆਂ ਨੇ, ਲੱਤਾਂ ਵੀ ਦੁਖ ਰਹੀਆਂ, ਇਹ ਵੀ ਯੂਰਿਕ ਐਸਿਡ ਦਾ ਸਾਈਨ ਹੋ ਸਕਦਾ। ਤਾਂ ਜਦੋਂ ਵੀ ਇੱਦਾਂ ਦੇ ਕੋਈ ਮਰੀਜ਼ ਹੋਵੇ, ਇੱਦਾਂ ਦੇ ਸਿੰਪਟਮ ਤੁਹਾਨੂੰ ਆ ਰਹੇ ਹੋਣ, ਨਹੀਂ ਬੁਖਾਰ ਤਾਂ ਯੂਰਿਕ ਐਸਿਡ ਨਾਲ ਨਹੀਂ ਆਏਗਾ। ਬੁਖਾਰ ਐਂਡ 'ਚ ਆਏਗਾ ਜਦੋਂ ਜੋੜ ਸੁੱਜ ਜਾਣਗੇ, ਫਿਰ ਬੁਖਾਰ ਆ ਸਕਦਾ। ਲਾਸਟ 'ਤੇ ਜਦੋਂ ਜੋੜ ਬਹੁਤ ਜ਼ਿਆਦਾ ਇਨਵੋਲਵ ਹੋ ਜਾਣਗੇ ਅਤੇ ਜੋੜਾਂ 'ਚ ਸੋਜਿਸ਼ ਹੋਣੀ ਸ਼ੁਰੂ ਹੋ ਜਾਏਗੀ, ਫਿਰ ਬੁਖਾਰ ਥੋੜ੍ਹਾ ਬਹੁਤ ਆ ਸਕਦਾ। ਲੇਕਿਨ ਜਿਹੜਾ ਮੇਨ ਗੱਲ ਹੈ ਕਿ ਉਹਦੇ ਅੰਦਰ ਅਗਰ ਜਦੋਂ ਵੀ ਇੱਦਾਂ ਦੀਆਂ ਅਲਾਮਤਾਂ ਹੋਣ ਤਾਂ ਫਿਰ ਸਭ ਤੋਂ ਪਹਿਲਾਂ ਆਪਾਂ ਯੂਰਿਕ ਐਸਿਡ ਜਾਂ ਆਰੇ ਗਠੀਏ ਦਾ ਆਰੇ ਕਰਾਉਂਦੇ ਹਾਂ, ਰਮੇਟਾਇਡ ਫੈਕਟਰ, ਅਤੇ ਉਹਦੇ ਅੰਦਰ ਆ ਗਿਆ ਤੁਹਾਡਾ ਯੂਰਿਕ ਐਸਿਡ। ਇਹ ਜਿਹੜੇ ਦੋ ਗੁਰਦਿਆਂ ਦੇ ਵਿੱਚ ਜੇ ਕ੍ਰਿਸਟਲ ਜੰਮ ਜਾਣਗੇ, ਗੁਰਦੇ ਖਰਾਬ ਹੋਣਗੇ। ਕ੍ਰਿਸਟਲ ਜਿੱਥੇ ਜੰਮ ਜਾਣਗੇ ਉਹ ਖਰਾਬ ਹੋਣਗੇ, ਬ੍ਰੇਨ 'ਚ ਜੰਮਣਗੇ, ਬ੍ਰੇਨ ਖਰਾਬ ਹੋਏਗਾ। ਤਾਂ ਸਾਡੇ ਅੰਦਰ ਬਹੁਤ ਸੈਂਸਿਟਿਵ ਹੈ, ਸਾਡੇ ਅੰਦਰ ਪੀਨੀਅਲ ਗਲੈਂਡ ਹੁੰਦਾ, ਸਭ ਤੋਂ ਮਾਸਟਰ ਗਲੈਂਡ ਜਿਹੜਾ ਕੰਟਰੋਲ ਹੁੰਦਾ, ਜਿਹਨੂੰ ਤੀਜੀ ਅੱਖ ਕਹਿੰਦੇ। ਹਾਂ, ਉਹ ਜਸਟ ਇੰਨਾ ਕੁ ਹੁੰਦਾ ਜਿੰਨਾ ਕੁ ਲੌਂਗ ਹੁੰਦਾ। ਲੌਂਗ ਜਿੰਨਾ ਉਹ ਲੌਂਗ ਦੀ ਸ਼ਕਲ ਦਾ, ਇਹ ਪੁੱਠਾ ਲੌਂਗ ਲਟਕਾ ਦਿਓ ਤਾਂ ਆਪਾਂ ਕਹਿ ਲਓ ਵੀ ਉਹ ਪੀਨੀਅਲ ਗਲੈਂਡ ਹੈ। ਵੱਡਾ ਲੌਂਗ ਅਗਰ ਮੋਟਾ ਪੁੱਠਾ ਲਟਕਾਇਆ ਹੋਵੇ ਤਾਂ ਆਪਾਂ ਉਹਨੂੰ ਕਹਾਂਗੇ ਪੀਨੀਅਲ ਗਲੈਂਡ ਹੈ। ਉਹ ਪੀਨੀਅਲ ਗਲੈਂਡ ਮਾਸਟਰ ਗਲੈਂਡ ਹੈ, ਸਾਰੀ ਬਾਡੀ ਨੂੰ ਕੰਟਰੋਲ ਕਰਦਾ ਇੱਕ ਥਾਂ 'ਤੇ। ਅਤੇ ਉਹਦੀ ਜਿਹੜੀ ਧੁਰ ਜਿਹਨੂੰ ਕਹਿੰਦੇ ਪਰਮਾਤਮਾ ਨਾਲ ਵੀ ਜੁੜਿਆ ਹੁੰਦਾ ਉਹ। ਤਾਂ ਉਹ ਜਿਹੜਾ ਹੈ ਉਹਦੇ ਅੰਦਰ ਜੇਕਰ ਜੰਮਣਾ ਸ਼ੁਰੂ ਹੋ ਜਾਏ, ਫਲੋਰਾਈਡ ਜੰਮ ਜਾਂਦਾ, ਉਹਦੇ ਅੰਦਰ ਯੂਰਿਕ ਐਸਿਡ ਜੰਮ ਸਕਦਾ, ਜੋ ਵੀ ਨਾਲ ਦੀ ਨਾਲ ਉਹ ਖਰਾਬ ਹੋਣਾ ਸ਼ੁਰੂ ਹੋ ਜਾਏਗਾ। ਖਰਾਬ ਹੋਏਗਾ ਤਾਂ ਪੂਰੀ ਬਾਡੀ ਜਿਹੜੀ ਉਹ ਡਿਸਟਰੋਏ ਹੋਣੀ ਸ਼ੁਰੂ ਹੋ ਜਾਏਗੀ, ਬਿਮਾਰ ਹੋਣੀ ਸ਼ੁਰੂ ਹੋ ਜਾਏਗੀ। ਤਾਂ ਇਸ ਕਰਕੇ ਬਾਡੀ ਸਰੀਰ ਬੜਾ ਸੋਲ ਹੁੰਦਾ, ਜਿੱਥੇ ਵੀ ਯੂਰਿਕ ਐਸਿਡ ਜਾਂ ਕ੍ਰਿਸਟਲ ਜੰਮਣਗੇ ਉੱਥੇ ਹੀ ਡਿਸਟਰਬ ਕਰਨਗੇ। ਆਪਾਂ ਤਾਂ ਦਿਮਾਗ ਖਰਾਬ ਵਾਲੇ ਵਾਂਗੂ, ਜਿਵੇਂ ਆਪਾਂ ਕਹਿੰਦੇ ਹਾਂ ਵੀ ਯੂਰਿਕ ਐਸਿਡ ਵੱਧ ਗਿਆ, ਫਟਾਫਟ ਜਾ ਕੇ ਯੂਰਿਕ ਐਸਿਡ ਨੂੰ ਘਟਾਉਣ ਦੇ ਜਿਹੜੀ ਆ ਉਹ ਜਾ ਕੇ ਲੈਣੀ ਸ਼ੁਰੂ ਕਰਦੇ ਹਾਂ ਦਵਾਈ। ਕਿ ਯੂਰਿਕ ਐਸਿਡ ਵਾਕਈ ਇੰਨਾ ਖਤਰਨਾਕ ਹੈ ਕਿ ਉਹਨੂੰ ਹੀ ਘਟਾਉਣਾ ਚਾਹੀਦਾ, ਜਾਂ ਫਿਰ ਇਹਦੇ ਕੋਈ ਹੋਰ ਸੰਕੇਤ ਲੈਣੇ ਚਾਹੀਦੇ? ਨਹੀਂ, ਯੂਰਿਕ ਐਸਿਡ ਨੂੰ ਤਾਂ ਘਟਾਉਣਾ ਹੀ ਚਾਹੀਦਾ ਖੈਰ, ਉਹਨੂੰ ਘਟਾ ਕੇ, ਕਿਉਂਕਿ ਜੇ ਘੱਟ ਹੋਏਗਾ ਤਾਂ ਕ੍ਰਿਸਟਲ ਨਹੀਂ ਬਣਨਗੇ ਨਾ। ਤਾਂ ਲੇਕਿਨ ਯੂਰਿਕ ਐਸਿਡ ਨੂੰ ਘਟਾਉਣ ਤੋਂ ਪਹਿਲਾਂ ਜੜ ਤਾਂ ਦੇਖਣੀ ਚਾਹੀਦੀ ਨਾ ਉਹਦੀ, ਵੀ ਯੂਰਿਕ ਐਸਿਡ ਬਣ ਕਿਉਂ ਰਿਹਾ ਜ਼ਿਆਦਾ। ਇੱਕ ਪਾਸੇ ਆਪਾਂ ਯੂਰਿਕ ਐਸਿਡ ਘਟਾਉਣ ਦੀ ਦਵਾਈ ਖਾਈ ਜਾਂਦੇ ਹਾਂ, ਦੂਜੇ ਪਾਸੇ ਖਾਣਾ ਉਹੀ ਖਾਈ ਜਾਂਦੇ ਹਾਂ ਜਿਹੜਾ ਯੂਰਿਕ ਐਸਿਡ ਵਧਾ ਰਿਹਾ। ਫਿਰ ਉਹ ਗਲਤ ਮੂਮੈਂਟ ਅਸੀਂ ਦਵਾਈ ਛੱਡਾਂਗੇ, ਫਿਰ ਅਲਾਮਤਾਂ ਆ ਜਾਣਗੀਆਂ। ਦਵਾਈ ਦੇ ਆਪਣੇ ਸਾਈਡ ਇਫੈਕਟ ਨੇ, ਐਲੋਪੈਥਿਕ ਦਵਾਈਆਂ ਦੇ ਆਪਣੇ ਸਾਈਡ ਇਫੈਕਟ ਨੇ, ਯੂਰਿਕ ਐਸਿਡ ਵਾਲੀਆਂ ਦੇ ਵੀ। ਤਾਂ ਉਹ ਸਾਈਡ ਇਫੈਕਟ ਵੀ ਆਉਣਗੇ। ਤਾਂ ਜੜ ਅਸੀਂ ਜੜ ਠੀਕ ਨਹੀਂ ਕਰ ਰਹੇ, ਜੜ ਵੀ ਨਾਲ ਦੀ ਨਾਲ ਜਿਹੜੀ ਉਹ ਠੀਕ ਕਰਨੀ ਚਾਹੀਦੀ ਹੈ। ਕਿ ਜਿਹੜੇ ਹਾਈ ਪ੍ਰੋਟੀਨ ਦਾ ਜਿਹੜਾ ਕਲੋਜੀ, ਇੱਕ ਗੱਲ ਜਿਹੜੀ ਯਾਦ ਰੱਖਣੀ ਚਾਹੀਦੀ ਹੈ ਕਿ ਹਾਈ ਪ੍ਰੋਟੀਨ ਵਾਲਾ ਜਿਹੜਾ ਸਾਰਾ ਸੀ ਨਾ, ਇਹ ਮੇਰੇ ਪ੍ਰੋਟੀਨ ਕਿੱਥੋਂ ਆਉਣਗੇ? ਅੱਜ ਜੀ ਕਿਸੇ ਨੂੰ ਕਹਿੰਦੇ ਦੁੱਧ ਨਾ ਪੀਏਗਾ, ਪ੍ਰੋਟੀਨ ਕਿੱਥੋਂ ਆਉਣਗੇ? ਕੈਲਸ਼ੀਅਮ ਕਿੱਥੋਂ ਆਏਗਾ? ਇਹੋ ਜਿਹੇ ਸਵਾਲ ਜਿਹੜੇ ਨੇ ਉਹ ਬੜੇ ਬੇਹੂਦਾ ਸਵਾਲ ਹੋ ਗਏ। ਹੁਣ ਜਿਹੜੀ ਰਿਸਰਚ ਹੋ ਚੁੱਕੀ ਹੈ ਕਿ ਹਾਈ ਪ੍ਰੋਟੀਨ ਡਾਈਟ ਖਾਣੀ ਟੋਟਲੀ ਅਨਸਾਇੰਟੀਫਿਕ ਹੈ। ਬਾਡੀ ਨੂੰ ਉਹ ਸਮਾਂ ਲੱਗ ਗਿਆ ਜਿਹੜਾ ਜਿਸ ਵੇਲੇ ਆਪਾਂ ਖੇਤਾਂ 'ਚ ਕੰਮ ਕਰਦੇ ਸੀ, ਹਾਰਡ ਵਰਕ ਕਰਦੇ ਸੀ, ਪੈਦਲ ਚੱਲਦੇ ਸੀ, ਹਰ ਕੰਮ ਜਿਹੜਾ ਆਪਣੇ ਹੱਥੀਂ ਕਰਦੇ ਸੀ, ਪ੍ਰੋਟੀਨ ਦੀ ਥੋੜ੍ਹੀ ਜ਼ਿਆਦਾ ਲੋੜ ਹੁੰਦੀ ਸੀ। ਅੱਜ ਕੱਲ੍ਹ ਆਪਾਂ ਬਾਡੀ ਦੀ ਰਿਕੁਆਇਰਮੈਂਟ ਹੀ ਨਹੀਂ ਹੈਗੀ ਉਨੀ। ਇਹ ਵੀ ਗੱਲ ਤੁਹਾਡੀ ਠੀਕ ਹੈ ਵੀ ਰਿਕੁਆਇਰਮੈਂਟ ਵੀ ਘਟ ਗਈ ਹੈ। ਦੂਜੀ ਗੱਲ ਹੈ ਕਿ ਜਿਹੜੀ ਸਾਇੰਟੀਫਿਕਲੀ ਕੁਛ ਗੱਲਾਂ ਜਿਹੜੀਆਂ ਨੇ ਨਾ, ਇੱਕ ਫਾਲਸ ਪ੍ਰੂਵ ਹੋ ਚੁੱਕੀਆਂ ਨੇ। ਜਿੱਦਾਂ ਜਿਹੜੇ ਹੈਗਾ ਸ਼ੂਗਰ ਦੀ ਗੱਲ ਪ੍ਰੂਵ ਹੋ ਗਈ ਹੋਈ ਹੈ ਕਿ ਸ਼ੂਗਰ ਜਿਹੜੀ ਹੈ ਇੰਨੇ ਲੈਵਲ ਤੱਕ ਕਹਿੰਦੇ 100 ਤੋਂ ਉੱਪਰ ਨਾ ਜਾਣ ਦਿਓ। ਹੁਣ ਕਹਿੰਦੇ 250 ਤੱਕ ਵੀ ਗੋਲੀ ਨਹੀਂ ਖਾਣੀ ਚਾਹੀਦੀ। BP ਬਾਰੇ ਆ ਗਿਆ, ਕੋਲੈਸਟਰੋਲ ਬਾਰੇ ਆ ਗਈ ਹੋਈ ਰਿਸਰਚ ਵੀ ਕੋਲੈਸਟਰੋਲ ਪਹਿਲਾਂ ਕਹਿੰਦੇ ਸੀ ਕੋਲੈਸਟਰੋਲ ਹੀ ਸਰ, ਅਤੇ ਹੁਣ ਕਹਿੰਦੇ ਕੋਲੈਸਟਰੋਲ ਕੁਛ ਨਹੀਂ ਕਹਿੰਦੀ। ਤਾਂ ਇੱਦਾਂ ਹੀ ਪ੍ਰੋਟੀਨਸ ਬਾਰੇ ਵੀ ਜਿਹੜੀ 100-150 ਸਾਲ ਦੀ ਪੁਰਾਣੀ ਸਮਝ ਹੈ, ਉਹ ਸਾਰੀ ਜਿਹੜੀ ਹੈ ਉਹ ਜਿਹਨੂੰ ਕਹਿੰਦੇ ਉੜ ਗਈ ਹੋਈ ਹੈ, ਉਹ ਗਲਤ ਸਿੱਧ ਹੋ ਗਈ ਹੋਈ ਹੈ ਕਿ ਹਾਈ ਪ੍ਰੋਟੀਨ ਡਾਈਟ ਖਾਣੀ ਚਾਹੀਦੀ ਹੈ। ਹਾਈ ਪ੍ਰੋਟੀਨ ਡਾਈਟ ਖਾਣਾ ਜਿਹੜਾ ਹੈ ਉਹ ਬਾਡੀ ਨੂੰ ਤੁਸੀਂ ਰਿਸਕ 'ਚ ਪਾ ਰਹੇ ਹੋ, ਖਤਰੇ 'ਚ ਪਾ ਰਹੇ ਹੋ। ਹਾਈ ਪ੍ਰੋਟੀਨ ਡਾਈਟ ਦੇ ਵਿੱਚ ਜਿਹੜਾ ਫालतू ਪ੍ਰੋਟੀਨ ਹੋਏਗਾ ਬਾਡੀ ਨੂੰ ਕੱਢਣਾ ਬਹੁਤ ਹੀ ਔਖਾ ਹੈ। ਪ੍ਰੋਟੀਨ ਨੂੰ ਸਰੀਰ 'ਚੋਂ ਬਾਹਰ ਕੱਢਣਾ ਬਹੁਤ ਔਖਾ ਹੈ। ਜੇ ਉਹਨਾਂ ਕੁ ਪ੍ਰੋਟੀਨ ਖਾਣਾ ਚਾਹੀਦਾ ਜਿੰਨਾ ਤੁਹਾਨੂੰ ਬਾਡੀ ਨੂੰ ਲੋੜ ਹੈ। ਅਤੇ ਬਾਡੀ ਨੂੰ ਬਹੁਤ ਥੋੜ੍ਹੇ ਪ੍ਰੋਟੀਨ ਦੀ ਲੋੜ ਹੈ, ਬਹੁਤ ਹੀ ਥੋੜ੍ਹੇ ਪ੍ਰੋਟੀਨ ਦੀ ਲੋੜ ਹੈ। ਹਾਰਡਲੀ 70 ਕਿਲੋ ਦਾ ਬੰਦਾ ਤੁਹਾਨੂੰ 35-40 ਗ੍ਰਾਮ ਪ੍ਰੋਟੀਨ ਰੋਜ਼ ਚਾਹੀਦਾ ਬਸ। ਹਾਂ, ਬਸ ਇਸ ਤੋਂ ਬਾਅਦ ਪ੍ਰੋਟੀਨ ਦੀ ਇੰਨਾ ਪ੍ਰੋਟੀਨ ਉਹਨੂੰ ਕਿੰਨੇ ਕੁ ਖਾਣੇ 'ਚ ਮਿਲ ਜਾਂਦਾ? ਬਹੁਤ ਆਮ। ਜੇ ਸਾਰਾ ਜੀਵਨ ਪ੍ਰੋਟੀਨ ਦਾ ਬਣਿਆ ਹੋਇਆ, ਕੋਈ ਖਾਣਾ ਤੁਸੀਂ ਖਾ ਲਓ, ਖਾਣਾ ਜੀਵਤ ਹੀ ਹੋਊਗਾ ਨਾ। ਜੋ ਜਿਸ ਵੀ ਸ਼ਕਲ 'ਚ ਹੋਏਗਾ ਉਹ ਜੀਵਨ ਹੋਏਗਾ, ਚਾਹੇ ਉਹ ਪੱਤੇ ਨੇ, ਚਾਹੇ ਉਹ ਫੁੱਲ ਨੇ, ਚਾਹੇ ਉਹ ਫਲ ਨੇ, ਚਾਹੇ ਉਹ ਅਨਾਜ ਹੈ, ਚਾਹੇ ਉਹਦੇ ਤੋਂ ਬਣਿਆ ਜਾਂ ਕੋਈ, ਹਰ ਚੀਜ਼ ਜਿਉਂਦੀ ਹੈ, ਜੀਵਤ ਹੈ। ਤਾਂ ਜਿਹੜਾ ਜੀਵਨ ਹੈ ਉਹ ਬਣਦਾ ਹੀ ਪ੍ਰੋਟੀਨ ਦਾ। ਤਾਂ ਕੋਈ ਵੀ ਚੀਜ਼ ਤੁਸੀਂ ਖਾਓਗੇ ਉਹ ਪ੍ਰੋਟੀਨ ਹੈ। ਜਦੋਂ ਵੀ ਇਹਨੇ ਪ੍ਰੋਟੀਨ ਦਾਲਾਂ 'ਚ ਨੇ, ਪ੍ਰੋਟੀਨ ਦੁੱਧ, ਇਹਦਾ मतलब यस आप अगर आएंगे हिम्स हॉस्पिटल में, हॉस्पिटल एंड इंस्टीट्यूट ऑफ इंटीग्रल मेडिकल साइंसेज चंडीगढ़ डेरा वसीम हॉस्पिटल है ऑन द मेन हाईवे। अगर आप आते हैं तो यहाँ पे आपको बहुत सारे कैंसर पेशेंट मिलेंगे, एंड स्टेज कैंसर पेशेंट मिलेंगे। एंड
सिर्फ फ़र्क ये देखेंगे व्हेन यू कंपेयर दीज पेशेंट्स विद द पेशेंट इन अदर हॉस्पिटल ऑफ सिमिलर काइंड, फ़र्क ये देखेंगे कि ये कंफर्टेबल है। दूसरा फ़र्क ये देखेंगे कि ये आपको लगेगा नहीं कि ये पेशेंट हैं, वो दर्द रहित हैं। कि शुगर, बीपी सिर्फ 7 दिन में बिना 1 रुपए की दवाई के 90% लोगों का यहाँ हिम्स हॉस्पिटल चंडीगढ़ में भर्ती होकर खाने पीने को ठीक करके रिवर्स किया जा सकता है। सैकड़ों पेशेंट हो चुके हैं। अगर ज़ुबान पे लगाम है तो 3 लोगों से वास्ता नहीं पड़ेगा आपका। खाने के लिए है तो डॉक्टर से वास्ता नहीं पड़ेगा। बोलने के लिए है तो पुलिस और वकील से वास्ता नहीं पड़ेगा। और प्रोफेशनली इन तीनों से वास्ता ना पड़े तो ज़्यादा अच्छा है। दूसरा, दुनिया की कोई भी ऐसी बीमारी नहीं है जो खाने पीने से हो नहीं जाती है और फिर रेगुलेट नहीं हो सकती है। तो ये दोनों बातें वैसे ही चलती हैं। 5 पिलर्स हैं हमारे, 5 पिलर्स: डाइट, मेडिसिनल प्लांट्स, फिजिकल एक्सरसाइज या फिजिकल वर्क, माइंड मैनेजमेंट और टेकिंग द हेल्प ऑफ वेरियस पैथीज, ऑल द पैथीज। तो ये हम 5 पिलर्स पे काम करते हैं। जब हम इन 5 पिलर्स पे काम करते हैं तो बॉडी अंदर से जब हील होने लगती है तो थायराइड की समस्या जो अपने आप ही ठीक होने लगती है। चंडीगढ़ में भारत का पहला इंटीग्रेटेड मेडिकल साइंसेज का हॉस्पिटल शुरू किया गया है, जिसका नाम हिम्स रखा गया है। हॉस्पिटल एंड इंस्टीट्यूट ऑफ इंटीग्रेटेड मेडिकल साइंसेज, जहां एलोपैथी, आयुर्वेद, होम्योपैथी, नेचुरोपैथी सब एक ही साथ पेशेंट को ठीक करने के उद्देश्य से काम करती हैं सारी पैथी। इसमें डॉक्टर विश्वरूप राय चौधरी, डॉक्टर अमर सिंह आजाद, डॉक्टर अवधेश पांडे, आचार्य मनीष, डॉक्टर खादर फली और इन सब की पूरी नॉलेज, ट्रेनिंग और एजुकेशन को यूज किया जा रहा है। लीवर फेल हो, किडनी खराब हो, हार्ट की प्रॉब्लम हो, जोड़ों का दर्द हो, ऑटो इम्यून डिजीज हो, स्टेज 4 कैंसर हो, कोई भी ऐसी बीमारी जो डॉक्टर ने आपको लाइलाज बताई हो या आपको कोई ऑपरेशन बताया हो, तो आप हिस हॉस्पिटल हिम्स में संपर्क कर सकते हैं और बीमारी की जड़ पर काम कर सकते हैं। रहना, खाना, पीना सब अरेंजमेंट है। अभी भारत में पटियाला में, जीरकपुर, चंडीगढ़, डेराबस्सी और दिल्ली में 14 क्लिनिक शुरू हो चुके हैं, जहां पर सिर्फ खाना पीना और लाइफस्टाइल को ठीक करके बीमारियों को रिवर्स करना सिखाया जाता है। और एक हॉस्पिटल डेराबस्सी जो चंडीगढ़ में है वो शुरू हो चुका है। ये सब हिम्स के नाम से काम कर रहे हैं। तो अगर आप भी किसी गंभीर बीमारी से परेशान हैं तो जल्द संपर्क करें हिम्स हॉस्पिटल चंडीगढ़ में। ज़्यादा प्रोटीन, बहुत ज़्यादा प्रोटीन, ਉਹਦਾ ਮਤਲਬ ਇਹ ਨਹੀਂ ਕਿ ਪ੍ਰੋਟੀਨ ਬਾਕੀਆਂ 'ਚ ਨਹੀਂ ਹੈਗੇ। ਪ੍ਰੋਟੀਨ ਸਭ 'ਚ ਨੇ। ਪ੍ਰੋਟੀਨ ਤਾਂ ਹਰ ਖਾਣੇ 'ਚ ਹੀ ਪ੍ਰੋਟੀਨ ਨੇ। ਜਿੱਥੇ ਸਟਾਰਚ ਹੋਏਗੀ, ਜਿੱਥੇ ਫੈਟ ਹੋਏਗਾ, ਤੇ ਇੱਥੇ ਪ੍ਰੋਟੀਨ ਹੋਵੇਗਾ। 3 ਤਾਂ ਚੀਜ਼ਾਂ ਨੇ। ਤੇ ਜਿਹੜਾ ਸਟਰਕਚਰ ਬਣਦਾ ਹੈ, ਢਾਂਚਾ ਬਣਦਾ, ਪ੍ਰੋਟੀਨ ਤੋਂ ਹੀ ਬਣਦਾ। ਉਹ ਪੌਦੇ ਦਾ ਸਟਾਰਚ ਦਾ ਢਾਂਚਾ ਤਾਂ ਬਣ ਨਹੀਂ ਸਕਦਾ। ਢਾਂਚਾ ਜਿਹੜਾ ਕਿਸੇ ਵੀ ਜੀਵ ਦਾ, ਕਿਸੇ ਵੀ ਪੌਦੇ ਦੇ ਪੱਤੇ ਦਾ, ਫੁੱਲ ਦਾ, ਫਲ ਦਾ, ਬੀਜ ਦਾ ਜਿਹੜਾ ਆਕਾਰ ਹੈ, ਆਕਾਰ 'ਚ ਨੰਬਰ 1 ਪ੍ਰੋਟੀਨ ਹੁੰਦਾ, ਨੰਬਰ 2 ਫੈਟ ਹੁੰਦਾ। ਜਿਹੜੇ ਕਾਰਬੋਹਾਈਡਰੇਟ ਦਾ ਤਾਂ ਕਾਰਬਨ ਬਣਾਉਣ 'ਚ ਕੋਈ ਬਹੁਤਾ ਰੋਲ ਨਹੀਂ ਹੈ। ਕਾਰਬੋਹਾਈਡਰੇਟ ਉਹ ਤਾਂ ਆਰਜੀ ਤੌਰ 'ਤੇ ਕੁਦਰਤ ਨੇ ਸਟੋਰ ਕੀਤੀ ਹੁੰਦੀ ਹੈ ਟੈਂਪਰੇਰੀਲੀ, ਕਿਸੇ ਅਗਲੀ ਜਨਰੇਸ਼ਨ ਨੂੰ ਪੈਦਾ ਕਰਨ ਲਈ। ਮਤਲਬ ਬੀਜ ਕਾਰਬੋਹਾਈਡਰੇਟ ਜਿਹੜੇ ਨੇ ਨੈਕਸਟ ਜਨਰੇਸ਼ਨ ਵਾਸਤੇ ਹੁੰਦਾ। ਹਾਂ, ਕਾਰਬੋਹਾਈਡਰੇਟ ਕੁਦਰਤ ਨੇ ਦੇਖੋ ਜਿਹੜਾ ਮਤਲਬ ਬੀਜ ਹੈ, ਬੀਜ ਦੇ ਅੰਦਰ ਇੱਕ ਪਾਸੇ ਤਾਂ ਉਹਨਾਂ ਨੇ ਭਰੂਣ ਰੱਖਿਆ ਹੋਇਆ, ਉਹ ਭਰੂਣ ਸਾਰਾ ਪ੍ਰੋਟੀਨ ਦਾ ਬਣਿਆ ਹੋਇਆ ਜਾਂ ਫੈਟ ਦਾ ਬਣਿਆ ਹੋਇਆ। ਦੂਜੇ ਪਾਸੇ ਉਸ ਭਰੂਣ ਨੂੰ ਇੱਕ ਲੈਵਲ ਤੱਕ ਵੱਡਾ ਹੋਣ ਲਈ ਫੂਡ ਦੇਣਾ ਹੈ, ਕਿਉਂਕਿ ਇੱਕਦਮ ਜੜ ਨਹੀਂ ਬਣਨੀ ਉਹਦੀ। ਜੇ ਤੁਸੀਂ ਬੀਜ ਨੂੰ ਧਰਤੀ 'ਚ ਲਾਵਾਂਗੇ ਤਾਂ ਜੜ ਤਾਂ ਇੱਕਦਮ ਨਹੀਂ ਫੜ ਲੈਣੀ ਉਹਨੇ, ਕੁਛ ਟਾਈਮ ਲੱਗਣਾ। ਉਸ ਟਾਈਮ ਲਈ ਕੁਦਰਤ ਉਹ ਫੂਡ ਸਟੋਰ ਕਰ ਦਿੰਦੀ, ਉਹਨੂੰ ਅਸੀਂ ਕਹਿੰਦੇ ਕਾਰਬੋਹਾਈਡਰੇਟ, ਸਟਾਰਚ। ਉਹਦੇ ਵਿੱਚ ਹੀ ਹਰ ਦਾਣੇ 'ਚ, ਹਰ ਉਸ ਦਾਣੇ 'ਚ ਕੁਦਰਤ ਨੇ ਸਟਾਰਚ ਪਾਈ ਹੁੰਦੀ ਹੈ ਜਿਹਨੇ ਪੌਦਾ ਬਣਨਾ। ਉਹ ਕਾਹਦੇ ਵਾਸਤੇ ਹੁੰਦੀ ਹੈ ਕਿ ਜਦ ਤੱਕ ਉਹਦੀਆਂ ਜੜ੍ਹਾਂ ਨਹੀਂ ਲੱਗਦੀਆਂ ਤਾਂ ਉੱਪਰ ਸੂਰਜ ਨੂੰ ਉਹਦਾ 2 ਪਾਸੇ ਤਾਲਮੇਲ ਹੋਣਾ ਨਾ, ਧਰਤੀ ਨਾਲ ਤਾਲਮੇਲ ਹੋਣਾ ਅਤੇ ਸੂਰਜ ਨਾਲ ਤਾਲਮੇਲ ਹੋਣਾ। ਜਦ ਤੱਕ ਉਹਦਾ ਦੋਨੋਂ ਤਾਲਮੇਲ ਨਹੀਂ ਬਣਦੇ ਤਦ ਤੱਕ ਲਈ ਉਹਨੇ ਕੁਦਰਤ ਨੇ ਖੁਰਾਕ ਉਹਦੇ ਵਿੱਚ ਹੀ ਪਾਤੀ ਤਾਂ ਕਿ ਉਹ ਪੌਦਾ ਇਸ ਕਾਬਲ ਹੋ ਸਕੇ ਕਿ ਉੱਪਰ ਸੂਰਜ ਨਾਲ ਤਾਲਮੇਲ ਬਣਾ ਲਏ ਅਤੇ ਥੱਲੇ ਧਰਤੀ ਨਾਲ ਤਾਲਮੇਲ ਬਣਾ ਲਵੇ। ਉਹ ਸਟਾਰਚ ਹੁੰਦੀ ਹੈ। ਲੇਕਿਨ ਉਸ ਦਾ ਜਿਹੜਾ ਬੇਸਿਕ ਨਵੀਂ ਜਨਰੇਸ਼ਨ ਨੂੰ ਪੈਦਾ ਕਰਨ ਲਈ ਚੀਜ਼ ਜਿਹੜੀ ਚਾਹੀਦੀ ਹੈ ਅਸਲ ਭਰੂਣ, ਉਹ ਭਰੂਣ ਪ੍ਰੋਟੀਨ ਅਤੇ ਫੈਟ ਦਾ ਬਣਿਆ ਹੁੰਦਾ। ਤਾਂ ਇੱਦਾਂ ਹੀ ਜੀਵਨ ਸਾਰਾ ਬਣਦਾ। ਪ੍ਰੋਟੀਨ ਅਤੇ ਦਾ ਆਕਾਰ ਹੁੰਦਾ ਹੈ, ਉਸ ਆਕਾਰ 'ਚ ਜਿਹੜਾ ਸਟਾਰਚ ਹੁੰਦਾ ਵੀ ਹੈ ਉਹ ਸਿਰਫ ਅਸਲ ਚੀਜ਼ ਦੀ ਵਰਤੋਂ ਵਾਸਤੇ ਹੈ, ਉਸੇ ਨੂੰ ਅਸੀਂ ਵਰਤ ਲੈਂਦੇ ਹਾਂ।
ਤੋ ਇਸ ਕਰਕੇ ਪ੍ਰੋਟੀਨ ਬਾਰੇ ਬਹੁਤੀ ਚਿੰਤਾ ਨਹੀਂ ਕਰਨੀ ਚਾਹੀਦੀ। ਜੋ ਵੀ ਖਾਵਾਂਗੇ ਅਸੀਂ ਸਭ 'ਚ ਪ੍ਰੋਟੀਨ ਹੁੰਦਾ। ਤੋ ਜਦੋਂ ਅਸੀਂ ਬੈਲੈਂਸ ਕਰਕੇ ਖਾਂਦੇ ਹਾਂ, ਮੰਨ ਲਓ ਅਸੀਂ 10 ਤਰ੍ਹਾਂ ਦਾ 15 ਤਰ੍ਹਾਂ ਦੇ ਪੌਦੇ ਵਰਤ ਰਹੇ ਹਾਂ ਖਾਣੇ 'ਚ, ਆਪਣੀ ਰਾਊ ਕਿਚਨ 'ਚ ਹਿਸਾਬ ਲਾ ਕੇ ਦੇਖੋ ਵੀ ਆਪਾਂ ਇੱਕ ਵਾਰੀ ਵੀ ਖਾਣਾ ਖਾ ਰਹੇ ਹਾਂ ਤਾਂ ਕਈ ਸਾਰੇ ਪੌਦੇ ਖਾ ਰਹੇ ਹੁੰਦੇ ਆ। ਆਪਾਂ ਚੌਲ ਵੀ ਖਾ ਰਹੇ ਹਾਂ, ਆਪਾਂ ਦਾਲ ਵੀ ਖਾ ਰਹੇ ਹਾਂ, ਕੋਈ ਪਿਆਜ਼ ਵੀ ਖਾ ਰਹੇ ਹਾਂ, ਆਪਾਂ ਟਮਾਟਰ ਵੀ ਖਾ ਰਹੇ ਹਾਂ, ਆਪਾਂ ਲਸਣ ਵੀ ਖਾ ਰਹੇ ਹਾਂ, ਆਪਾਂ ਪਿਆਜ਼ ਵੀ ਖਾ ਰਹੇ ਹਾਂ। ਉਹ 'ਚ ਕਈ ਕਿੰਨਾ ਕੁਛ ਪਾਇਆ ਹੋਇਆ, ਸਾਰਾ ਕੁਛ ਪੌਦੇ ਹੀ ਨੇ ਨਾ। ਸਾਰੇ ਕਾਹਦੇ ਬਣੇ ਹੋਏ ਆ? ਪ੍ਰੋਟੀਨ ਦੇ ਬਣੇ ਹੋਏ ਆ। ਤਾਂ ਇਹਦਾ ਮਤਲਬ ਹੈ ਪ੍ਰੋਟੀਨ ਹਰ ਖਾਣੇ 'ਚ ਹੁੰਦਾ। ਔਰ ਖਾਸ ਕਰਕੇ ਜਿਹੜੇ ਮਿਲਟਸ ਆਪਾਂ ਦਿੰਦੇ ਆ ਇਹ ਬੜੇ ਬੈਲੈਂਸਡ ਨੇ। ਇਹ 'ਚ ਪ੍ਰੋਟੀਨਸ ਵੀ ਹੈ, ਫੈਟਸ ਵੀ ਹੈ, ਕਾਰਬੋਹਾਈਡਰੇਟਸ ਵੀ ਹੈ, ਔਰ ਕਾਰਬੋਹਾਈਡਰੇਟ ਬਹੁਤ ਵਧੀਆ ਸ਼ਕਲ 'ਚ ਹੈ। ਇਸ ਕਰਕੇ ਫਾਈਬਰ ਵੀ ਹੈ। ਅਤੇ ਇਸ ਕਰਕੇ ਇਹਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿ ਅਸੀਂ ਪ੍ਰੋਟੀਨ ਐਕਸੈਸਿਵ ਖਾਣੇ ਆ। ਐਕਸੈਸਿਵ ਪ੍ਰੋਟੀਨ ਖਾਣ ਦੀ ਜ਼ਰੂਰਤ ਨਹੀਂ ਹੁੰਦੀ। ਇਹ ਪ੍ਰੂਵ ਹੋ ਗਿਆ ਕਿ ਐਕਸੈਸਿਵ ਪ੍ਰੋਟੀਨ ਖਾਣ ਵਾਲਾ ਬੰਦਾ ਆਪਣੇ ਆਪ ਨੂੰ ਖਤਰੇ 'ਚ ਪਾ ਰਿਹਾ, ਕਿਉਂਕਿ ਉਹਦੇ ਐਕਸੈਸਿਵ ਪ੍ਰੋਟੀਨ ਬਾਡੀ 'ਚੋਂ ਬਾਹਰ ਨਹੀਂ ਨਿਕਲਣੇ। ਜੇ ਉਹ ਇਹੋ ਜਿਹੀ ਸ਼ਕਲ 'ਚ ਹੋਏ ਜਿਹੜੇ ਸਿੱਧੇ ਖੂਨ 'ਚ ਜਾ ਵੜਦੇ ਆ। ਜੇ ਤਾਂ ਰਾਹ ਖਾ ਰਿਹਾ ਤਾਂ ਰਾਹ ਤੁਸੀਂ ਖਾ ਹੀ ਨਹੀਂ ਸਕੋਗੇ ਜ਼ਿਆਦਾ, ਰਾਹ ਦੇ ਵਿੱਚ ਗੁਣ ਹੈਗਾ। ਜੇ ਤੁਸੀਂ ਕੁਕਡ ਖਾ ਰਹੇ ਹੋ ਫਿਰ ਵੀ ਜ਼ਿਆਦਾ ਖਾਇਆ ਜਾਏਗਾ। ਜੇ ਤੁਸੀਂ ਐਨੀਮਲ ਪ੍ਰੋਟੀਨ ਖਾ ਰਹੇ ਹੋ ਫਿਰ ਤਾਂ ਜ਼ਿਆਦਾ ਖਾਓਗੇ ਹੀ ਖਾਓਗੇ। ਮੰਨ ਲਓ ਜਿੱਦਾਂ ਤੁਸੀਂ ਮੁਰਗੇ ਖਾਂਦੇ ਆ ਲੋਕ, ਮਤਲਬ ਕਿਲੋ 1.5 ਕਿਲੋ ਦਾ ਮੁਰਗਾ ਇਕੱਲਾ ਬੰਦਾ ਖਾ ਜਾਂਦਾ। ਕਈ ਵਾਰੀ ਬੈਠਾ ਦਾਰੂ ਪੀਂਦਾ, ਉਹ ਕਿਲੋ 1.5 ਕਿਲੋ ਜਾ ਕੇ ਸਰੀਰ ਥੋੜ੍ਹਾ ਲੱਗਣਾ ਹੈ। ਉਹ ਕੀ ਕਰਗੇ? ਉਹ ਸਾਰਾ ਗੁਰਦਿਆਂ 'ਤੇ ਵੱਢਣਾ ਪਊਗਾ। ਸਰੀਰ ਨੂੰ ਭੱਜਣਾ ਪੈ ਜਾਂਦੀ ਹੈ ਵੀ ਇਹਨੂੰ ਭੜੂਏ ਨੂੰ ਖਾ ਤਾਂ ਲਿਆ ਨੇ ਜੀਭ ਦੇ ਚਸਕੇ ਪਿੱਛੇ, ਹੁਣ ਇਹਨੂੰ ਬਾਹਰ ਕੱਢਣਾ ਪੈਣਾ। ਸਰੀਰ ਲਈ ਤਾਂ ਸਮੱਸਿਆ ਖੜੀ ਕਰਤੀ ਤੁਸੀਂ ਨਾ। ਤੁਸੀਂ ਤਾਂ ਆਪਣੀ ਜੀਭ ਦੇ ਸਵਾਦ ਨੂੰ ਖਾ ਲਿਆ, ਲੇਕਿਨ ਸਰੀਰ ਲਈ ਤਾਂ ਇੱਕ ਬਹੁਤ ਵੱਡਾ ਕੰਮ ਚੈਲੰਜ ਖੜਾ ਕਰਤਾ ਕਿ ਇਹਨੂੰ ਬਾਹਰ ਕੱਢੋ, ਇਹ ਨਹੀਂ ਤਾਂ ਨੁਕਸਾਨ ਕਰਨਗੇ। ਸੋ ਅਸੀਂ ਆਪਣੀਆਂ ਜੀਭ ਦੇ ਚਸਕੇ ਪਿੱਛੇ, ਆਪਣੇ ਟੇਸਟ ਪਿੱਛੇ, ਆਪਣੇ ਜਿਹੜੇ ਭੋਜਨ ਸੱਭਿਆਚਾਰ ਹੈ, ਅਸੀਂ ਐਸਾ ਗੰਦਾ ਕਰ ਲਿਆ ਆਪਣਾ ਭੋਜਨ ਸੱਭਿਆਚਾਰ ਕਿ ਭੋਜਨ ਸੱਭਿਆਚਾਰ ਦੀ ਪੂਰਤੀ ਲਈ ਅਸੀਂ ਆਪਣੀ ਬਾਡੀ ਨੂੰ ਬੇਵਕੂਫ ਵਾਂਗੂ ਬਰਡਨ ਕਰਦੇ ਹਾਂ। ਉਹਦੇ ਉੱਪਰ ਪਾਈ ਜਾਂਦੇ ਜਿਵੇਂ ਕੋਈ ਡਸਟਬਿਨ ਹੁੰਦੀ ਆ, ਅਤੇ ਮੁੜ ਕੇ ਸਰੀਰ ਨੂੰ ਭੱਜਣਾ ਪੈ ਜਾਂਦੀ ਹੈ ਵੀ ਇਹਨੂੰ ਬਾਹਰ ਕਿਵੇਂ ਕੱਢਣਾ, ਹੁਣ ਇਹਨੂੰ ਡੀਟੌਕਸੀਫਾਈ ਕਿਵੇਂ ਕਰਨਾ ਹੈ। ਉਹ ਜਿੰਨਾ ਭੋਜਨ ਖਾ ਲਾਂਗੇ ਉਹਦੇ ਅੰਦਰ ਉਹਨੇ ਜ਼ਹਿਰ ਵੀ ਨਾਲ ਹੈਗੇ ਆ, ਉਹ ਵੀ ਜਾਣਗੇ। ਅਤੇ ਜਿਹੜਾ ਜ਼ਿਆਦਾ ਪ੍ਰੋਟੀਨ ਹੋ ਗਿਆ, ਉਹ ਕਾਰਬੋਹਾਈਡਰੇਟ ਜ਼ਿਆਦਾ ਤਾਂ ਸੌਖਾ ਨਿਕਲ ਜਾਏਗਾ, ਸੂਝ ਕੱਢ ਦੇਗੀ, ਸ਼ੂਗਰ ਬਣਾ ਕੇ ਸ਼ੂਗਰ ਜਲਦੀ ਨਿਕਲ ਜਾਏਗੀ। ਫੈਟ ਹੈ ਤਾਂ ਉਹ ਜੰਮੇਗਾ ਕਿਤੇ ਜਾ ਕੇ। ਪ੍ਰੋਟੀਨ ਨੇ ਤਾਂ ਗੁਰਦਿਆਂ 'ਤੇ ਬਰਡਨ ਪੈ ਗਿਆ। ਤਾਂ ਇਸ ਕਰਕੇ ਉਹ ਕੰਮ ਨਹੀਂ ਕਰਨਾ ਚਾਹੀਦਾ ਜਿਹਦੇ 'ਤੇ ਜਿਹੜਾ ਬਰਡਨ ਹੈ ਬਹੁਤ ਜ਼ਿਆਦਾ ਪਵੇ। ਤਾਂ ਭੋਜਨ ਆਪਣਾ ਬਹੁਤ ਹੀ ਸਿਆਣਪ ਨਾਲ ਖਾਣਾ ਚਾਹੀਦਾ, ਔਰ ਉਨਾ ਕੁ ਖਾਣਾ ਚਾਹੀਦਾ ਜਿੰਨਾ ਸਰੀਰ ਨੂੰ ਲੋੜ ਹੋਵੇ। ਅਤੇ ਹੁਣ ਆਈ ਹੈ ਵੀ ਯੂਰਿਕ ਐਸਿਡ ਜਿਹੜਾ ਹੈਗਾ ਉਹਦੇ ਨਾਲ ਜਿਹੜਾ ਕਿਸ ਤਰ੍ਹਾਂ ਦੇ ਸਿੰਪਟਮ ਆਪਾਂ ਨੇ ਦੱਸਦੇ, ਕਿਹੜੀਆਂ ਚੀਜ਼ਾਂ ਜਿਹੜੀਆਂ ਯੂਰਿਕ ਐਸਿਡ ਵਧਾ ਰਹੀਆਂ ਨੇ, ਅਤੇ ਜਿਹੜਾ ਪ੍ਰਚਲਿਤ ਪੱਧਤੀ ਹੈਗੀ ਹੈ ਉਹਦੇ ਅਨੁਸਾਰ ਜਿਹੜਾ ਇਹਦਾ ਇਲਾਜ ਜਿਸ ਤਰ੍ਹਾਂ ਕੀਤਾ ਜਾ ਰਿਹਾ, ਕੀ ਉਹ ਉਹਦੇ ਨਾਲ ਕਾਬੂ ਕੀਤਾ ਜਾ ਸਕਦਾ ਜਾਂ ਫਿਰ ਇਹਦੇ ਲਈ ਕੁਛ ਹੋਰ ਅਪਣਾਉਣਾ ਪੈਣਾ? ਵੀ ਪ੍ਰਚਲਿਤ ਪੱਧਤੀ 'ਚ ਵੀ ਜਿਹੜਾ ਯੂਰਿਕ ਐਸਿਡ ਘਟਾਉਣ ਦੀਆਂ ਦਵਾਈਆਂ ਹੈਗੀਆਂ ਨੇ, ਉਹ ਕੋਈ ਖਾਣ 'ਚ ਹਰਜ ਨਹੀਂ ਸ਼ੁਰੂ ਜੇ ਅਗਰ ਜ਼ਿਆਦਾ ਲੈਵਲ ਹੈ ਤਾਂ, ਲੇਕਿਨ ਲੰਬੇ ਸਮੇਂ 'ਚ ਨਹੀਂ ਖਾਣੇ ਚਾਹੀਦੇ। ਉਹਦੇ ਸਾਈਡ ਇਫੈਕਟਸ ਨੇ। ਹਰ ਦਵਾਈ ਕੈਮੀਕਲ ਹੈ, ਔਰ ਹਰ ਕੈਮੀਕਲ ਦੇ ਆਪਣੇ ਸਾਈਡ ਇਫੈਕਟਸ ਨੇ। ਤਾਂ ਇਸ ਕਰਕੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਡਾਈਟ ਬਦਲ ਲਓ। ਜੋ ਡਾਈਟ ਬਦਲੋਗੇ ਤਾਂ ਕੁਦਰਤ ਪਹਿਲਾਂ ਹੀ ਤਿਆਰ ਬੈਠੀ ਹੈ। ਕੁਦਰਤ ਤੁਹਾਡਾ ਪਹਿਲਾਂ ਹੀ ਬਹੁਤ ਚਿੰਤਾ ਕਰ ਰਹੀ ਸੀਗੀ ਵੀ ਇਹ ਭਾਈ ਬੰਦਾ ਹਟੇ ਅਤੇ ਅਸੀਂ ਇਹ ਠੀਕ ਕਰੀਏ ਇਹਨੂੰ। ਜਦੋਂ ਮੂਮੈਂਟ ਤੁਸੀਂ ਫੂਡ ਠੀਕ ਕਰਦੇ ਹਾਂ ਤਾਂ ਕੁਦਰਤ ਯੂਰਿਕ ਐਸਿਡ ਠੀਕ ਕਰਨਾ ਸ਼ੁਰੂ ਕਰ ਦਿੰਦੀ ਹੈ। ਨਾਲ ਅਸੀਂ ਫਿਰ ਮੈਡੀਸਨਲ ਪਲਾਂਟਸ ਦੀ ਹੈਲਪ ਲੈ ਲੈਂਦੇ ਹਾਂ, ਨਾਲ ਕੁਛ ਹਰਬਲ ਦਵਾਈਆਂ ਹੈਗੀਆਂ ਉਹਦੀ ਹੈਲਪ ਲੈ ਲੈਂਦੇ ਹਾਂ। ਅਤੇ ਮਹੀਨੇ 2 ਮਹੀਨੇ 'ਚ ਹੀ ਉਹ ਸਾਰਾ ਯੂਰਿਕ ਐਸਿਡ ਠੀਕ ਹੋ ਜਾਂਦਾ ਹੈ। ਐਲੋਪੈਥੀ ਦਵਾਈ ਨਾ ਵੀ ਖਾਵੇ ਤਾਂ ਵੀ ਠੀਕ ਹੋ ਜਾਂਦਾ। ਅਤੇ ਜੇ ਬਹੁਤ ਜ਼ਿਆਦਾ ਤਾਂ ਐਲੋਪੈਥਿਕ ਦਵਾਈ ਖਾ ਵੀ ਲਵਾਂਗੇ ਮਹੀਨਾ 2 ਮਹੀਨੇ ਤਾਂ ਵੀ ਕੋਈ ਹਰਜ ਨਹੀਂ ਹੈ, ਜੇ ਉਹਦਾ ਸਾਈਡ ਇਫੈਕਟ ਨਹੀਂ ਆ ਰਹੇ ਕੋਈ ਤਾਂ। ਲੇਕਿਨ ਇਹ ਨਹੀਂ ਵੀ ਯੂਰਿਕ ਦਵਾਈ ਵੀ ਖਾਈ ਜਾ ਰਹੇ ਅਤੇ ਨਾਲ ਖਾਣਾ ਵੀ ਉਹੀ ਖਾਈ ਜਾ ਰਹੇ, ਫਿਰ ਤਾਂ ਉਹਦਾ ਕੋਈ ਲਾਭ ਨਾ ਹੋਇਆ। ਵੈਸੇ ਉਹ ਚੀਜ਼ ਨੂੰ ਵਧਾਉਣ ਲਈ ਵੀ ਨਾਲੇ ਵਧਾਈ ਵੀ ਜਾ ਰਹੇ ਅਤੇ ਨਾਲੇ ਦਵਾਈ ਵੀ ਘਟਾਈ ਵੀ ਜਾ ਰਹੇ ਹਾਂ। ਮਤਲਬ ਉਹਦੇ ਬੇਵਕੂਫੀ ਹੋ ਗਈ ਨਾ ਵੀ ਦਵਾਈ ਦੇ ਕੇ ਘਟਾਈ ਜਾਂਦੇ ਹੋ, ਖਾਣਾ ਖਾ ਕੇ ਵਧਾਈ ਜਾਂਦੇ ਹੋ। ਇਹ ਕਿੱਧਰ ਦੀ ਸਿਆਣਪ ਹੈ? ਤੁਸੀਂ ਗੱਲ ਕੀਤੀ ਹੈ ਕਿ ਦਵਾ ਪੌਦਿਆਂ ਨਾਲ ਜਿਹੜਾ ਆਪਾਂ ਇਸ ਨੂੰ ਜਿਹੜਾ ਯੂਰਿਕ ਐਸਿਡ ਨੂੰ ਕੰਟਰੋਲ 'ਚ ਕਰਦੇ, ਉਹ ਥੋੜ੍ਹਾ ਜਿਹਾ ਜਾਣਕਾਰੀ ਦਿਓਗੇ ਕੋਈ ਦਵਾ ਪੌਦੇ ਕਿਹੜੇ ਯੂਜ਼ ਕਰਨੇ ਚਾਹੀਦੇ ਜੇ ਯੂਰਿਕ ਐਸਿਡ ਵੱਧ ਰਿਹਾ? ਉਹ ਗੁਰਦਿਆਂ ਵਾਸਤੇ ਜਿੰਨੇ ਪੌਦੇ ਹੈਗੇ ਨੇ, ਬਹੁਤ ਸਾਰੇ ਪੌਦੇ ਨੇ ਜਿਹੜੇ ਕਰ ਸਕਦੇ ਆ। ਬਹੁਤ ਸਾਰੀਆਂ ਦਵਾਈਆਂ ਨੇ ਜਿਹੜੀਆਂ ਇਹਨਾਂ ਨੂੰ ਘਟਾ ਸਕਦੀਆਂ ਨੇ। ਉਹਦੇ 'ਚ ਇਹ ਨਹੀਂ ਹੈ ਵੀ ਪਰਟੀਕੂਲਰਲੀ ਆਪਾਂ ਕਹਿ ਸਕੀਏ ਕਿ ਵੀ ਆਹ ਦਵਾਈ ਪਰਟੀਕੂਲਰਲੀ ਆਹੀ ਕਰਨੀ ਹੈ। ਉਹਦੇ ਅੰਦਰ ਬਹੁਤ ਸਾਰੇ ਜਿਹੜੇ ਕਾੜੇ ਦਿੰਦੇ ਅਸੀਂ, ਬਹੁਤ ਸਾਰੇ ਜਿਹੜੇ ਨੇ ਉਹ ਦਿੰਦੇ ਜਿਹੜੇ ਹੈਲਪ ਕਰਦੇ ਆ ਐਕਸਕ੍ਰੀਟ ਕਰਨ 'ਚ। ਜਾਂ ਦਵਾਈ ਆ ਜੀ ਅਮਰਤਾ ਕਰਕੇ, ਜਾਂ ਹੋਰ ਯੂਰਿਕ ਐਸਿਡ ਘਟਾਉਣ ਦੀਆਂ ਹਰਬਲ ਦਵਾਈਆਂ ਨੇ, ਉਹਦੇ ਵਿੱਚ ਵੀ ਜਿਹੜੇ ਆਪਾਂ ਉਹ ਦਿੰਦੇ ਹਾਂ। ਇਸ ਕਰਕੇ ਇਹ ਇੱਕ ਇੱਦਾਂ ਨਹੀਂ ਹੈ ਕਿ ਪਰਟੀਕੂਲਰਲੀ ਇੱਕ ਹੀ ਕੋਈ ਦਵਾ ਪੌਦਾ ਕਹਿ ਲਈਏ ਵੀ ਆਹੀ ਦਵਾ ਪੌਦਾ ਜ਼ਰੂਰੀ ਖਾਣਾ। ਉਹ ਅਲੱਗ-ਅਲੱਗ ਦਵਾ ਪੌਦਿਆਂ ਦੀ ਹੈਲਪ ਲੈਂਦੇ ਆ, ਜਿਹਦੇ ਨਾਲ ਕਿ ਐਕਸਕ੍ਰੀਸ਼ਨ ਵੱਧ ਜਾਂਦੀ ਹੈ। ਗੁਰਦਿਆਂ ਦੇ ਅੰਦਰ ਜਿਹੜੇ ਪੁਨਰਨਵਾ ਹੈ, ਭੂਮੀ ਆਮਲਾ ਹੈ, ਤੁਹਾਡੇ ਹਾਰ ਸ਼ਿੰਗਾਰ ਹੈ, ਅਤੇ ਤੁਹਾਡਾ ਉਹ ਹੈ ਜਿਹੜਾ ਹੈ ਗੋਖਰੂ ਹੈ,
ਸੋ ਇਸ ਤਰ੍ਹਾਂ ਹੀ ਕੁਛ ਚੀਜ਼ਾਂ ਨੇ ਜਿਹੜੀਆਂ ਕਿ ਕਿਡਨੀ ਨੂੰ ਹੈਲਪ ਕਰਦੀਆਂ ਨੇ ਬਾਹਰ ਕੱਢਣ 'ਚ। ਸੋ ਇੱਦਾਂ ਦੇ ਜਿਹੜੇ ਕੁਛ ਪੌਦੇ ਨੇ ਜਿਨ੍ਹਾਂ ਦੇ ਦਵਾਈਆਂ ਦੀ ਸ਼ਕਲ 'ਚ ਵੀ ਨੇ ਅਤੇ ਜਿਹੜੇ ਕਾੜਿਆਂ ਦੀ ਸ਼ਕਲ 'ਚ ਜਾਂ ਜੂਸਾਂ ਦੀ ਸ਼ਕਲ 'ਚ ਵੇਚ ਦਿੰਦੇ ਆ। ਬਾਕੀ ਜਿਹੜੇ ਨੈਚੁਰਲ ਫੂਡਸ ਨੇ ਉਹ ਵੀ ਕੁਛ ਇਹੀ ਕੋਸ਼ਿਸ਼ ਕਰਦੇ ਆ ਕੰਮ ਕੇ ਬਾਹਰ ਕੱਢਣਾ ਸ਼ੁਰੂ ਕਰਦੇ ਆ, ਜਿਵੇਂ ਜੂਸਸ ਨੇ, ਗ੍ਰੀਨ ਜੂਸ ਹੈ, ਰੈੱਡ ਜੂਸ ਹੈ, ਰॉ ਫੂਡਸ ਨੇ, ਫਰੂਟਸ ਨੇ, ਸਲਾਦ ਹੈ। ਅਤੇ ਸਾਰੇ ਜਿਹੜੇ ਕੀ ਕਰਦੇ ਆ, ਇਹ ਕਿਡਨੀ ਨੂੰ ਸਟਿਮੂਲੇਟ ਕਰਦੇ ਆ ਗੰਦਗੀ ਟੌਕਸਿਨਸ ਨੂੰ ਡੀਟੌਕਸੀਫਾਈ ਕਰਨ 'ਚ। ਸੋ ਡੀਟੌਕਸੀਫਿਕੇਸ਼ਨ ਵਾਲੇ ਜਿੰਨੇ ਫੂਡਸ ਨੇ, ਜਿੰਨੇ ਜੂਸਸ ਨੇ, ਜਿੰਨੇ ਕਾੜੇ ਨੇ, ਇਹ ਸਾਰੇ ਜਿਹੜੇ ਨੇ ਉਹ ਯੂਰਿਕ ਐਸਿਡ ਨੂੰ ਘਟਾਉਣ 'ਚ ਹੈਲਪ ਕਰਦੇ ਆ ਉਹਦੇ ਅੰਦਰ। ਜੀ ਡਾਕਟਰ ਸਾਹਿਬ, ਯੂਰਿਕ ਐਸਿਡ ਘਟਾਉਣ ਦੇ ਤੁਸੀਂ ਦੱਸਿਆ ਦਵਾ ਪੌਦੇ ਜਿਹੜੇ ਦਵਾਈਆਂ, ਇਹਦਾ ਵੀ ਤੁਸੀਂ ਦੱਸ ਦਿੱਤਾ ਹੈਗਾ। ਮਿਲਟਸ ਦੇ ਵਿੱਚ ਜੇ ਆਪਾਂ ਮਿਲਟਸ ਨੂੰ ਆਪਾਂ ਇੱਕ ਥੈਰੇਪੀ ਦੇ ਰੂਪ 'ਚ ਯੂਜ਼ ਕਰਦੇ ਹਾਂ, ਬੰਦੇ ਦਾ ਯੂਰਿਕ ਐਸਿਡ ਵੱਧ ਰਿਹਾ, ਤਾਂ ਕਿਹੜੇ ਮਿਲਟਸ ਕਿੰਨੇ ਦਿਨ ਖਾਣੇ ਨੇ, ਇਹ ਵੀ ਥੋੜ੍ਹਾ ਦੱਸ ਦਿਓ। ਗੁਰਦਿਆਂ ਦੇ ਅੰਦਰ ਮਿਲਟਸ ਅਸੀਂ ਪੰਜੇ ਰਿਕਮੈਂਡ ਕਰਦੇ ਹਾਂ, 2-2 ਦਿਨ ਕਰਦੇ ਹਾਂ। ਪੰਜੇ ਮਿਲਟਸ ਜਿਹੜੇ ਨੇ ਜੇ ਕੋਦਰਾ, ਕੁਟਕੀ, ਕੰਗਣੀ, ਥਰੀ ਕੰਗਣੀ ਅਤੇ ਸਵਾਂਕ 2-2 ਦਿਨ ਖਾਂਦੇ ਹਾਂ ਅਸੀਂ। ਇਹਨਾਂ ਦੀ ਖੂਬੀ ਇਹ ਹੈ ਜਿਹੜੇ ਮਿਲਟਸ ਨੇ ਕਿ ਬਹੁਤ ਸਲੋ ਅਬਜ਼ਾਰਬ ਹੁੰਦੇ ਆ, ਸਲੋ ਡਾਈਜੈਸਟ ਹੁੰਦੇ ਆ, ਅਤੇ ਜਿਹੜਾ ਫਾਈਬਰ ਕੰਟੈਂਟ ਹਾਈ ਹੋਣ ਕਰਕੇ ਇਹ ਜਿਹੜਾ ਅਨਵਾਂਟਡ ਫੂਡ ਇਹਨੂੰ ਵੈਸੇ ਹੀ ਰੋਕ ਲੈਂਦੇ ਆ, ਅੰਤੜੀਆਂ 'ਚ ਰੋਕ ਲੈਂਦੇ ਆ। ਅਤੇ ਇਹਦੇ ਅੰਦਰ ਗੁਣ ਹੈ ਕਿ ਜੇ ਤੁਸੀਂ ਉਹਦੇ ਨਾਲ ਮਿਲਟਸ ਦੇ ਨਾਲ ਕੋਈ ਰੋਂਗ ਫੂਡ ਵੀ ਖਾ ਰਹੇ ਹੋ ਥੋੜ੍ਹਾ ਬਹੁਤਾ, ਤਾਂ ਵੀ ਉਹਨੂੰ ਨਾਲ ਰੋਕ ਲੈਣਗੇ। ਇੱਕ ਫੂਡ ਆਪਾਂ ਚੰਗਾ ਖਾ ਰਹੇ ਹਾਂ, ਇੱਕ ਮਾੜਾ ਖਾ ਰਹੇ ਹਾਂ, ਤਾਂ ਉਹ ਜਿਹੜਾ ਚੰਗਾ ਫੂਡ ਹੈ ਮਾੜੇ ਦੀ ਜਿਹੜੇ ਮਾੜੇਪਨ ਨੂੰ ਘਟਾ ਦਿੰਦਾ। ਸੋ ਜਿਹੜੇ ਇਹ ਮਿਲਟਸ ਨੇ 5, ਕਿਉਂਕਿ ਇਹਦਾ ਫਾਈਬਰ ਕੰਟੈਂਟ ਬਹੁਤ ਹਾਈ ਆ, ਤਾਂ ਉਹਦੇ ਅੰਦਰ ਜਿਹੜਾ ਹੈ ਆਪਾਂ ਉਹ ਵੀ ਹੈਲਪ ਅੰਤੜੀਆਂ ਦੇ ਵਿੱਚ ਜਾ ਕੇ ਕਾਫੀ ਕੰਮ ਕਰਦਾ। ਬਿਲਕੁਲ। ਜਿਹੜੀ ਰਫੇਜ ਹੈ ਉਹਦਾ ਇਹ ਕੰਮ ਹੈ। ਰਫੇਜ ਇੱਕ ਦੂਜਾ ਕੰਮ ਰਫੇਜ ਜਦੋਂ ਅਸੀਂ ਕਰਦੇ ਹਾਂ, ਮਿਲਟਸ ਖਾਂਦੇ ਹਾਂ, ਤਾਂ ਇਹ ਸਾਡੇ ਜਿਹੜੇ ਦੋਸਤ ਬੈਠੇ ਆ ਸਾਡੀਆਂ ਅੰਤੜੀਆਂ 'ਚ, ਗੱਟ ਫਲੋਰਾ ਕਹਿੰਦੇ ਜਿਹਨੂੰ ਆਪਾਂ, 10 ਕਰੋੜ, ਤਾਂ ਉਹਨਾਂ ਨੂੰ ਸਟਰੋਂਗ ਕਰਦੇ ਆ। ਉਹਨਾਂ ਦਾ ਫੇਵਰੇਟ ਫੂਡ ਹੈ। ਅਤੇ ਉਹ ਦੋਸਤਾਂ 'ਚ ਸਾਡਿਆਂ 'ਚ ਬੜੀ ਵਿਜ਼ਡਮ ਹੈ। ਉਹ ਦੋਸਤ ਸਾਡੇ ਐਡੇ ਸਿਆਣੇ ਨੇ ਕਿ ਉਹ ਰੋਂਗ ਫੂਡ ਨੂੰ ਰੋਕ ਲੈਂਦੇ ਆ, ਰੋਂਗ ਫੂਡ ਨੂੰ ਅੰਦਰ ਨਹੀਂ ਜਾਣ ਦਿੰਦੇ। ਸਾਡੇ ਜਿਹੜੇ ਦੋਸਤ ਨੇ ਉਹ ਰੋਂਗ ਫੂਡ ਨੂੰ ਰਾਈਟ 'ਚ ਵੀ ਕਨਵਰਟ ਕਰ ਲੈਂਦੇ ਆ ਅਤੇ ਰੋਂਗ ਫੂਡ ਨੂੰ ਰੋਕ ਵੀ ਲੈਂਦੇ ਆ। ਸੋ ਜਿਹੜੀ ਵੀ ਡਾਈਟ ਉਹਨਾਂ ਸਾਡੇ ਦੋਸਤਾਂ ਨੂੰ ਸਟਰੋਂਗ ਕਰਦੀ ਹੈ, ਉਸ ਡਾਈਟ ਸਾਨੂੰ ਬਚਾਏਗੀ। ਸੋ ਉਹ ਜਿਹੜੀ ਡਾਈਟ ਕਿਹੜੀ ਹੈ, ਉਹ ਹਾਈ ਫਾਈਬਰ ਡਾਈਟ ਹੈ। ਹਾਈ ਫਾਈਬਰ ਡਾਈਟ ਪੌਦਿਆਂ 'ਚ ਹੀ ਹੁੰਦੀ ਹੈ, ਪੱਤਿਆਂ 'ਚ ਹੁੰਦੀ ਹੈ, ਫਲਾਂ 'ਚ ਹੁੰਦੀ ਹੈ, ਸਲਾਦ 'ਚ ਹੁੰਦੀ ਹੈ, ਹੋਲ ਗ੍ਰੇਨ 'ਚ ਹੁੰਦੀ ਹੈ। ਔਰ ਖਾਸ ਕਰਕੇ ਜਿਹੜੇ ਮਿਲਟਸ ਨੇ ਇਹ ਸਭ ਤੋਂ ਉੱਤਮ ਨੇ ਇਸ ਮਾਮਲੇ 'ਚ, ਜੋ ਬਿਮਾਰਾਂ ਨੂੰ ਠੀਕ ਕਰਨਾ। ਬਾਕੀ ਤਾਂ ਜਿਹੜਾ ਸਿਹਤਮੰਦ ਬੰਦਾ ਤਾਂ ਹੋਲ ਗ੍ਰੇਨਸ ਬਾਕੀ ਵੀ ਖਾ ਲਵੇ, ਚਲੋ ਉਹ ਤਾਂ ਚੱਲ ਜਾਏਗਾ ਕੰਮ, ਜਿਵੇਂ ਮੱਕੀ ਹੈ, ਬਾਜਰਾ ਹੈ, ਰਾਗੀ ਹੈ, ਪ੍ਰੋਜ਼ੋ ਹੈ, ਕਿਨੂਆ ਹੈ। ਲੇਕਿਨ ਜਿਹੜੇ ਬਿਮਾਰ ਨੇ ਉਹਨਾਂ ਵਾਸਤੇ ਫਿਰ ਇਹ ਪੰਜ ਅਸੀਂ ਟੌਪ 'ਤੇ ਰੱਖਦੇ ਹਾਂ। ਅਤੇ ਇਹਨਾਂ ਦਾ ਜ਼ਿਆਦਾ ਇਸਤੇਮਾਲ ਹੋਣਾ ਚਾਹੀਦਾ, ਕਿਉਂਕਿ ਇਹਨਾਂ ਦੇ ਅੰਦਰ ਇੱਕ ਤਾਂ ਗੁਣ ਆਪਣੇ ਆਪ 'ਚ ਹੀ ਹੈਗਾ ਕਿ ਰੋਂਗ ਫੂਡ ਨਾਲ ਮਿਲ ਕੇ ਇਹ ਕੰਬੀਨੇਸ਼ਨ ਬਹੁਤ ਅੱਛਾ ਬਣ ਜਾਂਦਾ, ਉਹਨੂੰ ਰੋਂਗ ਫੂਡ ਨੂੰ ਵੀ ਰੋਕ ਲੈਂਦੇ। ਇੱਕ ਜਿਹੜੇ ਸਾਡੇ ਗੱਟ ਬੈਕਟੀਰੀਆ ਨੇ, ਸਾਡੇ ਦੋਸਤ ਨੇ, ਉਹਨਾਂ ਨੂੰ ਉਹਦਾ ਬਹੁਤ ਫੇਵਰੇਟ ਫੂਡ ਹੈ, ਤਾਂ ਉਹ ਬਹੁਤ ਸਟਰੋਂਗ ਹੋ ਜਾਂਦੇ ਆ ਜਦੋਂ ਉਹ ਅੱਜ ਹੁਣ ਰਿਸਰਚ ਟੈਕਨੋਲੋਜੀ ਇੰਨੀ ਵਧੀਆ ਹੋ ਚੁੱਕੀ ਹੈ ਕਿ ਜਿਸ ਬੰਦੇ ਦਾ ਗੱਟ ਫਲੋਰਾ ਕਾਇਮ ਹੈ ਉਹਨੂੰ ਚਿੰਤਾ ਕਰਨ ਦੀ ਲੋੜ ਨਹੀਂ। ਕੁਦਰਤ ਨੇ ਸਾਡੇ ਅੰਦਰ ਜਿਹੜੇ ਉਸ ਦੇਵਤੇ ਪਾ ਰੱਖੇ, ਦੇਵਤੇ ਨੇ ਉਹ ਕਹਿੰਦੇ ਜਿਹੜੇ ਗਾਂ ਦੇ ਗੋਬਰ 'ਚ 30 ਕਰੋੜ ਦੇਵਤਾ ਕਹਿੰਦੇ ਸੀ ਨਾ, 10 ਕਰੋੜ ਸਾਡੇ ਅੰਤੜੀਆਂ 'ਚ ਬੈਠੇ ਆ। 10 ਕਰੋੜ 10 ਦੇ ਨਾਲ 14 ਜ਼ੀਰੋਆਂ ਹੋਰ, ਤਾਂ ਉਹ ਸਾਡੀ ਅੰਤੜੀਆਂ 'ਚ ਬੈਠੇ ਆ। ਉਹ ਕੀ ਕਰ ਰਹੇ ਆ, ਉਹ ਦੇਵਤੇ ਨੇ। ਉਹਨਾਂ ਦਾ ਕੰਮ ਹੈ ਕਿ ਰੋਂਗ ਫੂਡ ਆਏਗਾ ਉਹਨੂੰ ਰਾਈਟ ਕਰਨਗੇ, ਜਾਂ ਉਹਨੂੰ ਰੋਕ ਲੈਣਗੇ, ਜਾਂ ਪੱਟੀਆਂ ਲਾ देंगे, ਜਾਂ कुछ ना कुछ। चंडीगढ़ में भारत का पहला इंटीग्रेटेड मेडिकल साइंसेज का हॉस्पिटल शुरू किया गया है, जिसका नाम हिम्स रखा गया है, हॉस्पिटल एंड इंस्टीट्यूट ऑफ इंटीग्रेटेड मेडिकल साइंसेज, जहां एलोपैथी, आयुर्वेद, होम्योपैथी, नेचुरोपैथी सब एक ही साथ पेशेंट को ठीक करने के उद्देश्य से काम करती है सारी पैथी। इसमें डॉक्टर विश्वरूप राय चौधरी, डॉक्टर अमर सिंह आजाद, डॉक्टर अवधेश पांडे, आचार्य मनीष, डॉक्टर खादर फली और इन सब की पूरी नॉलेज, ट्रेनिंग और एजुकेशन को यूज किया जा रहा है। लीवर फेल हो, किडनी खराब हो, हार्ट की प्रॉब्लम हो, जोड़ों का दर्द हो, ऑटो इम्यून डिजीज हो, स्टेज 4 कैंसर हो, कोई भी ऐसी बीमारी जो डॉक्टर ने आपको लाइलाज बताई हो या आपको कोई ऑपरेशन बताया हो, तो आप हिस हॉस्पिटल हिम्स में संपर्क कर सकते हैं और बीमारी की जड़ पर काम कर सकते हैं। रहना, खाना, पीना सब अरेंजमेंट है।
70 बेड का ये हॉस्पिटल भारत में अपनी तरह का एकमात्र ऐसा हॉस्पिटल है जहां पर पेशेंट को ठीक किया जाता है, पेशेंट को नॉलेज दी जाती है, पेशेंट को पढ़ाया जाता है, पेशेंट को एजुकेट किया जाता है कि कैसे आपको अपनी बीमारी से खुद ही लड़ना है, यानी कि अपना डॉक्टर खुद बनना है। बी योर ऑन डॉक्टर। तो आज जरूरत है ऐसे हिम्स के हॉस्पिटल और क्लिनिक्स की। अभी भारत में पटियाला में, जीरकपुर, चंडीगढ़, डेराबस्सी और दिल्ली में 14 क्लिनिक शुरू हो चुके हैं, जहां पर सिर्फ खाना पीना और लाइफस्टाइल को ठीक करके बीमारियों को रिवर्स करना सिखाया जाता है। और एक हॉस्पिटल डेराबस्सी जो चंडीगढ़ में है वो शुरू हो चुका है। ये सब हिम्स के नाम से काम कर रहे हैं। तो अगर आप भी किसी गंभीर बीमारी से परेशान हैं तो जल्द संपर्क करें हिम्स हॉस्पिटल चंडीगढ़ में। ਉਹ ਹਰ ਉਹ ਕਈ ਕਿਸਮਾਂ ਦੇ ਨਾਲੇ ਇੱਕ ਕਿਸਮ ਦੇ ਨਹੀਂ ਹੈ, ਕੋਈ 400-500 ਕਿਸਮਾਂ ਦੇ ਨੇ, ਅੱਡ ਅੱਡ ਰੋਲ ਦਿੱਤੇ ਕੁਦਰਤ ਨੇ ਉਹਨਾਂ ਨੂੰ ਵੀ ਜੇ ਇੱਦਾਂ ਦਾ ਰੌਂਗ ਫੂਡ ਆ ਜਾਵੇ ਤੈਨੂੰ ਆਹ ਕਰਨਾ ਹੈ, ਇੱਦਾਂ ਦਾ ਜੇ ਤੈਨੂੰ ਆਹ ਕਰਨਾ ਹੈ, ਉਹ ਹਰ ਉਹ ਸਿਆਣਪ ਜਿਹੜੀ ਹੈ ਉਹ ਵਿਗਿਆਨ ਨੂੰ 2-4% ਹੀ ਸਮਝ ਆਈ ਹੈ, ਬਾਕੀ ਦਾ ਹੌਲੀ ਹੌਲੀ ਇਹਨਾਂ ਨੂੰ ਮਾੜੇ ਮੋਟੀ ਝਲਕ ਜੀ ਫਿਰ ਕਿਤੇ ਕਿਤੇ ਹੋਰ ਮਿਲ ਜਾਂਦੀ ਹਰ ਸਾਲ। ਤਾਂ ਇਸ ਕਰਕੇ ਉਹ ਦੋਸਤਾਂ ਨੂੰ ਸਟਰੋਂਗ ਰੱਖਣਾ ਬਹੁਤ ਜ਼ਰੂਰੀ ਹੈ। ਤਾਂ ਉਹ ਦੋਸਤਾਂ ਨੂੰ ਸਟਰੋਂਗ ਰੱਖਣ ਲਈ ਜਿਹੜੇ ਮਿਲਟਸ ਨੇ ਬੜਾ ਵੰਡਰਫੁਲ ਫੂਡਸ ਨੇ। ਡਾਕਟਰ ਸਾਹਿਬ ਤੁਸੀਂ ਯੂਰਿਕ ਐਸਿਡ ਦੇ ਸੰਬੰਧ ਵਿੱਚ ਜਾਣਕਾਰੀ ਦਿੱਤੀ ਹੈ, ਜਾਂਦੇ ਜਾਂਦੇ ਕੋਈ ਟਿਪ ਆਫ ਦਾ ਇੰਟਰਵਿਊ ਦਿਓਗੇ ਯੂਰਿਕ ਐਸਿਡ ਦੇ ਸੰਬੰਧ ਵਿੱਚ? ਪਰ ਟਿਪ ਆਫ ਦਾ ਇੰਟਰਵਿਊ ਇਹੀ ਹੈ ਵੀ ਜਿਹੜੀ ਹਾਈ ਪ੍ਰੋਟੀਨ ਵਾਲੀ ਆਪਣੇ ਦਿਮਾਗ 'ਚ ਆਪਣੇ ਫਤੂਰ ਬਣਿਆ ਹੋਇਆ ਨਾ, ਉਹਨੂੰ ਆਪਾਂ ਕੱਢੀਏ, ਕਿਉਂਕਿ ਇਸ ਵਿਗਿਆਨ ਨੇ ਸਿੱਧ ਕਰ ਦਿੱਤਾ ਕਿ ਹਾਈ ਪ੍ਰੋਟੀਨ ਡਾਈਟ ਖਾਣੀ ਖਤਰਨਾਕ ਹੈ। ਹਾਈ ਪ੍ਰੋਟੀਨ ਭੁੱਲ ਹੀ ਹੈਗੀ ਆਪਾਂ ਹਾਈ ਪ੍ਰੋਟੀਨ ਡਾਈਟ ਖਾਣੀ ਹੈ। ਤਾਂ ਹਾਈ ਪ੍ਰੋਟੀਨ ਡਾਈਟ ਜਿਹੜੀ ਹੁੰਦੀ ਹੈ ਐਨੀਮਲ ਫੂਡਸ, ਪਲਾਂਟ ਫੂਡ 'ਚ ਹਾਈ ਪ੍ਰੋਟੀਨ ਡਾਈਟ ਬਹੁਤੀ ਹਾਰਮਫੁਲ ਨਹੀਂ ਹੁੰਦੀ ਐਕਸੈਪਟ ਫॉर ਦਾਲਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਨਾ ਖਾਓ। ਦਾਲ ਦਾ ਕੁਦਰਤ ਦੇ ਅੰਦਰ ਬੈਲੈਂਸ ਹੈ ਦਾਲਾਂ ਦਾ। ਕੁਦਰਤ ਜੇ ਤੁਸੀਂ ਪੌਦੇ ਟਰੇਸ ਕਰੋ ਤਾਂ ਜੇ 100 ਪੌਦਾ ਗਿਣ ਲਈਏ ਅਸੀਂ ਰੈਂਡਮ ਪੁੱਟ ਲਈਏ 100 ਪੌਦਾ ਕੁਦਰਤ 'ਚੋਂ ਕਿਤੇ ਜੰਗਲ 'ਚੋਂ, ਤਾਂ 80 ਪੌਦੇ ਹੋਣਗੇ ਜਿਹੜੇ ਅਨਾਜ ਟਾਈਪ ਨੇ ਅਤੇ 20 ਪੌਦੇ ਹੋਣਗੇ ਦਾਲਾਂ ਟਾਈਪ ਨੇ। 2 ਦਲੇ ਹੁੰਦੇ, ਉਹ 2 ਦਲੇ ਉਹ 1 ਦਲੇ ਆ। ਮੋਨੋਕਾਟਾਲਾਈਡਸ ਅਤੇ ਡਾਈਕਾਟਾਲਾਈਡ ਦਾਲਾਂ ਜਿਹੜੀਆਂ ਹੁੰਦੀਆਂ 2 ਦਲੇ ਹੁੰਦੇ ਆ, ਯਾਨੀ ਕਿ ਉਹਦੇ ਨਾਲ ਦੋ ਹਾਫ ਹੁੰਦੇ ਆ। ਤਾਂ 80-20 ਦੀ ਰੇਸ਼ੋ ਹੈ। ਅਤੇ ਇਸੇ ਰੇਸ਼ੋ 'ਚ ਆਪਾਂ ਨੂੰ ਦਾਲ ਖਾਣੀ ਚਾਹੀਦੀ ਹੈ। ਜੇ ਆਪਾਂ 80 ਗ੍ਰਾਮ ਅਨਾਜ ਖਾ ਰਹੇ ਹਾਂ ਤਾਂ ਦਾਲ 20 ਗ੍ਰਾਮ ਹੋਣੀ ਚਾਹੀਦੀ ਬਸ। ਦਾਲਾਂ ਐਕਸੈਸਿਵ ਨਹੀਂ ਖਾਣੀਆਂ ਚਾਹੀਦੀਆਂ, ਐਕਸੈਸਿਵ ਦਾਲਾਂ ਬਹੁਤ ਖਰਾਬ ਕਰਦੀਆਂ ਨੇ। ਤਾਂ ਬਾਕੀ ਜਿਹੜੇ ਐਨੀਮਲ ਪ੍ਰੋਟੀਨ ਤਾਂ ਖਰਾਬ ਕਰਦੇ ਨੇ। ਐਨੀਮਲ ਪ੍ਰੋਟੀਨ ਬਹੁਤ ਸੰਭਲ ਕੇ ਖਾਣੇ ਚਾਹੀਦੇ ਆ, ਥੋੜ੍ਹੇ ਖਾਓ ਨਾ ਖਾਓ। ਔਰ ਅੱਜ ਦਾ ਜਿਹੜਾ ਇੰਡਸਟਰੀ ਐਨੀਮਲ ਫੂਡ ਹੈ ਉਹ ਵੈਸੇ ਵੀ ਬਹੁਤ ਕੈਮੀਕਲ ਮੇਡ ਹੈ, ਨੈਚੁਰਲ ਨਹੀਂ ਹੈ। ਇਸ ਕਰਕੇ ਉਹ ਡਬਲੀ ਖਤਰਨਾਕ ਹੋ ਗਿਆ ਹੋਇਆ। ਇੱਕ ਤਾਂ ਉਹਦੇ ਪ੍ਰੋਟੀਨਸ ਵੀ ਐਕਸੈਸਿਵ ਜਿਹੜੇ ਨੇ ਖਰਾਬ ਕਰਦੇ ਆ, ਦੂਜੀ ਗੱਲ ਜਿਸ ਢੰਗ ਨਾਲ ਪੈਦਾ ਕੀਤੇ ਜਾ ਰਹੇ ਆ, ਚਾਹੇ ਉਹ ਮੀਟ ਹੈ, ਚਾਹੇ ਉਹ ਦੁੱਧ ਹੈ, ਚਾਹੇ ਉਹ ਅੰਡੇ ਨੇ, ਉਹ ਇੰਨਾ ਇੰਡਸਟਰੀਅਲ ਮੈਥਡ ਹੋ ਗਿਆ ਕਿ ਉਹਦੇ ਅੰਦਰ ਜ਼ਹਿਰ ਬਹੁਤ ਜ਼ਿਆਦਾ ਨੇ, ਟੌਕਸਿਨਸ ਬਹੁਤ ਜ਼ਿਆਦਾ ਨੇ, ਉਹਦੇ ਕੈਮੀਕਲਸ ਬਹੁਤ ਜ਼ਿਆਦਾ ਨੇ। ਇਸ ਕਰਕੇ ਹਿਊਮਨ ਬਾਡੀ ਨੂੰ ਐਨੀਮਲ ਪ੍ਰੋਟੀਨਸ ਦੀ ਕੋਈ ਲੋੜ ਨਹੀਂ ਹੈ, ਐਨੀਮਲ ਫੂਡ ਦੀ ਲੋੜ ਹੀ ਨਹੀਂ ਹੈ। ਸੋ ਐਨੀਮਲ ਫੂਡ ਤੋਂ ਆਪਾਂ ਬਚੀਏ। ਜੇ ਸਿਹਤਮੰਦ ਰਹਿਣਾ ਤਾਂ ਪਲਾਂਟ ਬੇਸਡ ਹੋਲ ਫੂਡ, ਪਲਾਂਟ ਬੇਸਡ ਹੋਲ ਫੂਡ, ਪੌਦਿਆਂ ਦਾ ਭੋਜਨ ਖਾਈਏ। ਹੋਲ ਫੂਡ ਦਾ ਮਤਲਬ ਜਿੱਦਾਂ ਕੁਦਰਤ 'ਚ ਹੈਗਾ। ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਦਰਸ਼ਕਾਂ ਨੂੰ ਯੂਰਿਕ ਐਸਿਡ ਦੇ ਸੰਬੰਧ ਵਿੱਚ ਪੂਰੀ ਜਾਣਕਾਰੀ ਦਿੱਤੀ ਹੈ। ਬਹੁਤ ਬਹੁਤ ਧੰਨਵਾਦ। ਸੋ ਇਸ ਸਨ ਡਾਕਟਰ ਅਮਰ ਸਿੰਘ ਆਜ਼ਾਦ, ਜਿਨ੍ਹਾਂ ਨੇ ਸਾਨੂੰ ਯੂਰਿਕ ਐਸਿਡ ਦੇ ਕੀ ਚੀਜ਼ ਹੈ, ਯੂਰਿਕ ਐਸਿਡ ਕੀ ਹੁੰਦਾ ਹੈ, ਯੂਰਿਕ ਐਸਿਡ ਵਧਣ ਦੇ ਨਾਲ ਕੀ ਪ੍ਰੋਬਲਮਸ ਆਉਂਦੀਆਂ ਨੇ, ਯੂਰਿਕ ਐਸਿਡ ਕਿਉਂ ਵੱਧਦਾ, ਯੂਰਿਕ ਐਸਿਡ ਦੇ ਜਦੋਂ ਵੱਧਦਾ ਤਾਂ ਅਸੀਂ ਕਿਹੜੀ ਤਰੀਕੇ ਅਪਣਾਉਂਦੇ ਹਾਂ ਯੂਰਿਕ ਐਸਿਡ ਨੂੰ ਘਟਾਉਣ ਦੇ, ਯੂਰਿਕ ਐਸਿਡ ਨੂੰ ਨੈਚੁਰਲ ਕੁਦਰਤੀ ਢੰਗ ਦੇ ਨਾਲ ਯੂਰਿਕ ਐਸਿਡ ਕਾਬੂ ਦੇ ਵਿੱਚ ਰਹੇ, ਨੁਕਸਾਨ ਨਾ ਕਰੇ ਤਾਂ ਸਾਨੂੰ ਕੀ ਕਰਨਾ ਚਾਹੀਦਾ। ਯੂਰਿਕ ਐਸਿਡ ਦੇ ਸੰਬੰਧ ਵਿੱਚ ਕਿਹੜੇ ਖਾਣੇ ਜਿਹੜੇ ਨੇ ਉਹ ਸਾਨੂੰ ਹੈਲਪ ਕਰ ਸਕਦੇ ਨੇ, ਕਿਹੜੇ ਦਵਾ ਪੌਦੇ ਸਾਨੂੰ ਹੈਲਪ ਕਰ ਸਕਦੇ ਨੇ, ਕਿਹੜੀਆਂ ਹਰਬਲ ਪ੍ਰੋਡਕਟਸ ਨੇ ਜਿਹੜੇ ਸਾਨੂੰ ਹੈਲਪ ਕਰ ਸਕਦੇ ਨੇ, ਕਿਸ ਤਰੀਕੇ ਦੇ ਨਾਲ ਯੂਰਿਕ ਐਸਿਡ ਦੇ ਬਾਡੀ ਦੇ ਅੰਦਰ ਵਧਣ ਦੇ ਨਾਲ ਜਿਹੜੀਆਂ ਪ੍ਰੋਬਲਮਸ ਅੰਦਰ ਕਿਸ ਤਰ੍ਹਾਂ ਕਿਹੜੇ ਹਿੱਸਿਆਂ ਦੇ ਵਿੱਚ ਪ੍ਰੋਬਲਮ ਆਉਂਦੀ ਹੈ, ਇਹਦੀ ਸਾਰੀ ਸੰਬੰਧੀ 'ਚ ਜਾਣਕਾਰੀ ਦਿੱਤੀ ਹੈ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ, ਕਿਉਂਕਿ ਬਹੁਤ ਸਾਰੀ ਦੁਨੀਆ ਜਿਹੜੀ ਹੈ ਇਸ ਯੂਰਿਕ ਐਸਿਡ ਦੀ ਪ੍ਰੋਬਲਮ ਦੇ ਨਾਲ ਪੀੜਿਤ ਹੈ। ਯੂਰਿਕ ਐਸਿਡ ਹੀ ਜਿਹੜਾ ਅੱਗੇ ਚੱਲ ਕੇ ਹੋਰ ਬਹੁਤ ਸਾਰੇ ਅੰਗਾਂ ਨੂੰ ਖਰਾਬ ਕਰਨ ਦੇ ਵਿੱਚ ਜਿਹੜਾ ਇੱਕ ਵੱਡਾ ਰੋਲ ਅਦਾ ਕਰਦਾ। ਅਤੇ ਜੇਕਰ ਯੂਰਿਕ ਐਸਿਡ ਦੇ ਸੰਬੰਧ ਵਿੱਚ ਸਹੀ ਜਾਣਕਾਰੀ ਆਪਾਂ ਲੋਕਾਂ ਤੱਕ ਪਹੁੰਚਾ ਦਿਆਂਗੇ ਤਾਂ ਬਹੁਤ ਸਾਰੇ ਜਿਹੜੇ ਸਰੀਰ ਦੇ ਅੰਗ ਅਤੇ ਬਹੁਤ ਸਾਰੇ ਲੋਕ ਮੌਤ ਦੇ ਮੂੰਹ ਦੇ ਵਿੱਚੋਂ ਜਾਣੋਂ ਵੀ ਬਚ ਸਕਦੇ ਨੇ। ਅਤੇ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।